ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ DLED ਫਸਟ ਈਅਰ ਐਜੂਕੇਸ਼ਨ ਸੋਸਾਇਟੀ ਕਰਿਕੂਲਮ ਐਂਡ ਲਰਨਰਸ ਦੀ ਬੁੱਕ ਦਾ ਫਸਟ ਚੈਪਟਰ ਪੜਾਂਗੇ, ਜਿਸ ਦੇ ਵਿੱਚ ਆਪਾਂ ਇਹਦਾ ਹਾਫ ਚੈਪਟਰ ਆਪਾਂ ਡਿਸਕਸ ਕਰ ਚੁੱਕੇ ਸੀਗੇ ਐਂਡ ਫਰਦਰ ਅੱਜ ਆਪਾਂ ਸਿੱਖਿਆ ਦਾ ਸਰੂਪ ਜਾਂ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਨੂੰ ਪੜਾਂਗੇ। ਸੋ ਫਸਟ ਹੈ ਆਪਣੇ ਕੋਲ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ। ਜਿਹੜੀ ਸਿੱਖਿਆ ਹੈਗੀ ਆ ਉਹ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਮਾਂ ਦੀ ਕੁੱਖ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਮਨੁੱਖ ਦੇ ਮੌਤ ਤੱਕ, ਉਸ ਦੇ ਅੰਤ ਤੱਕ ਨਿਰੰਤਰ ਚੱਲਦੀ ਰਹਿੰਦੀ ਹੈ। ਮਤਲਬ ਕਿ ਮਨੁੱਖ ਹੈ ਉਹ ਮਾਂ ਦੀ ਕੁੱਖ ਤੋਂ ਹੀ ਜੋ ਸਿੱਖਣਾ ਹੈ ਉਹ ਸਟਾਰਟ ਕਰ ਦਿੰਦਾ ਹੈ ਤੇ ਆਪਦੇ ਮੌਤ ਤੱਕ ਨਿਰੰਤਰ ਕੁਛ ਨਾ ਕੁਛ ਸਿੱਖਦਾ ਰਹਿੰਦਾ ਹੈ। ਮਤਲਬ ਉਹਨੂੰ ਸਿੱਖਿਆ ਮਿਲਦੀ ਰਹਿੰਦੀ ਹੈ। ਇਸ ਪ੍ਰਕਿਰਿਆ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਹਰ ਸਮੇਂ ਉਹ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹੈ ਆਪਦੇ ਅੰਤਿਮ ਸਾਹਾਂ ਤੱਕ। ਠੀਕ ਹੈ ਜੀ। ਨੈਕਸਟ ਹੈ ਗਤੀਸ਼ੀਲ ਪ੍ਰਕਿਰਿਆ। ਗਤੀਸ਼ੀਲ ਮਤਲਬ ਡਾਇਨਾਮਿਕ। ਦੇਖੋ, ਗਤੀਸ਼ੀਲ ਦਾ ਅਰਥ ਹੁੰਦਾ ਹੈਗਾ ਕਿ ਇੱਕ ਇਸ ਤਰੀਕੇ ਦਾ ਪ੍ਰੋਸੈਸ ਹੈ ਜੋ ਕਿ ਲਗਾਤਾਰ ਚੱਲਦਾ ਰਹਿੰਦਾ, ਵਿੱਚ ਦੀ ਕਦੇ ਵੀ ਰੁਕਦਾ ਨਹੀਂਗਾ। ਹਾਂ, ਥੋੜਾ ਜਿਹਾ ਕੀ ਹੁੰਦਾ ਹੈ ਕਿ ਜਿਹੜੀ ਗਤੀ ਹੁੰਦੀ ਹੈਗੀ ਗਤੀਸ਼ੀਲ ਪ੍ਰਕਿਰਿਆ ਆਪਣੀ, ਉਹਦੀ ਦਰ ਕਦੇ ਥੋੜੀ ਘਟ ਜਾਂਦੀ ਹੈ, ਕਦੇ ਵੱਧ ਜਾਂਦੀ ਹੈਗੀ, ਪਰ ਆਈ ਨਹੀਂ ਹੁੰਦਾ ਵੀ ਇਹ ਕਦੇ ਰੁਕ ਜੇ। ਠੀਕ ਹੈ। ਸਿੱਖਿਆ ਅਤੇ ਸਮਾਜ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ। ਸਿੱਖਿਆ ਅਤੇ ਸਮਾਜ ਮਨੁੱਖ ਦੇ ਨਾਲ ਨਾਲ ਚੱਲਣੇ ਜ਼ਰੂਰੀ ਹੈ। ਜਦੋਂ ਹੀ ਸਮਾਜ ਵਿੱਚ ਕੁਛ ਨਾ ਕੁਛ ਪਰਿਵਰਤਨ ਆਉਂਦਾ ਹੈ ਤਾਂ ਸਿੱਖਿਆ ਵਿੱਚ ਪਰਿਵਰਤਨ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ। ਕਿਉਂ ਜ਼ਰੂਰੀ ਹੈਗਾ? ਜੇ ਆਪਣਾ ਸਮਾਜ ਬਦਲ ਰਿਹਾ ਹੈ, ਸਮਾਜ ਜਿਵੇਂ ਕਿ ਹੁਣ ਆਪਣਾ ਥੋੜਾ ਫਾਰਵਰਡ ਹੋ ਰਿਹਾ ਹੈ, ਤਾਂ ਓਬਵੀਅਸਲੀ ਜਿਹੜੀ ਸਿੱਖਿਆ ਹੈਗੀ ਆ ਉਹ ਵੀ ਉਸ ਤਰੀਕੇ ਦੀ ਆਪਾਂ ਸਿੱਖਦੇ ਹਾਂ। ਸਿੱਖਿਆ ਨੂੰ ਵੀ ਬਦਲਣਾ ਚਾਹੀਦਾ। ਫਿਰ ਅਜਿਹਾ ਨਹੀਂ ਹੋ ਸਕਦਾ ਕਿ ਸਮਾਜ ਅੱਗੇ ਨਿਕਲ ਜਾਵੇ ਤੇ ਜਿਹੜੀ ਸਿੱਖਿਆ ਹੈਗੀ ਹੈ ਉਹ ਪਿੱਛੇ ਰਹਿ ਜਾਵੇ। ਠੀਕ ਹੈ ਜੀ। ਸਿੱਖਿਆ ਆਪਣੇ ਆਪ ਨੂੰ ਸਮਾਜ ਦੀਆਂ ਲੋੜਾਂ ਤੇ ਇੱਛਾਵਾਂ ਅਨੁਸਾਰ ਪਰਿਵਰਤਿਤ ਕਰਦੀ ਰਹਿੰਦੀ ਹੈ। ਆਪਾਂ ਬਸ ਸਿੰਪਲ ਇਹੀ ਕਹਿ ਸਕਦੇ ਹਾਂ ਵੀ ਇਹ ਇੱਕ ਗਤੀਸ਼ੀਲ ਪ੍ਰਕਿਰਿਆ ਹੈ। ਮੇਨ ਗੱਲ ਸੈਕਿੰਡ ਥਿੰਗ ਕੀ ਹੈ, ਜਿਹੜੀ ਸਿੱਖਿਆ ਅਤੇ ਸਮਾਜ ਹੈ ਉਹ ਇੱਕ ਦੂਜੇ ਦੇ ਨਾਲ ਨਾਲ ਚੱਲਣੇ ਬਹੁਤ ਜ਼ਰੂਰੀ ਹੈ। ਮਾਨਵ ਦਾ ਵਿਕਾਸ। ਦੇਖੋ, ਜਿਹੜਾ ਮਾਨਵ ਦਾ ਵਿਕਾਸ ਹੈ ਉਹਦੇ ਵਿੱਚ ਜੌਨ ਡਿਊ ਨੇ ਜੌਨ ਡੇਵੀ ਸੀ ਆਪਣਾ ਇੱਕ ਮਨੋਵਿਗਿਆਨੀ, ਉਹਨਾਂ ਨੇ ਕੁਛ ਆਪਣੇ ਅਕੋਰਡਿੰਗ ਲਾਈਨਸ ਲਿਖੀਆਂ। ਪਲੈਟੋ ਆਏ, ਉਹਨਾਂ ਨੇ ਆਪਣੇ ਅਕੋਰਡਿੰਗ ਕੁਛ ਲਾਈਨਸ ਲਿਖੀਆਂ। ਆਪਾਂ ਸਿੰਪਲ ਆਪਦੀ ਲੈਂਗੁਏਜ ਵਿੱਚ ਲਿਖਣਾ ਹੈ। ਤੁਸੀਂ ਦੇਖੋ, ਜਿਹੜੇ ਸਟੂਡੈਂਟਸ ਜ਼ਿਆਦਾ ਵਿਦਵਾਨਾਂ ਦੇ ਨਾਮ ਯਾਦ ਕਰ ਸਕਦੇ ਹੈ, ਵੈਲ ਐਂਡ ਗੁੱਡ, ਤੁਸੀਂ ਆਪਦੇ ਕਰ ਸਕਦੇ ਹੋਗੇ। ਜਿਹੜੇ ਸਟੂਡੈਂਟਸ ਜ਼ਿਆਦਾ ਇਹ ਸਾਰਾ ਕੁਛ ਨਹੀਂ ਯਾਦ ਕਰ ਸਕਦੇ, ਕਿ ਦੇਖੋ ਕੀ ਹੁੰਦਾ ਹੈਗਾ ਕਿ ਜਿਹੜਾ ਵੀ ਤੁਸੀਂ ਕਿਸੇ ਪੁਆਇੰਟ ਦੇ ਵਿੱਚ ਸਪੈਸੀਫਿਕ ਕਿਸੇ ਵਿਦਵਾਨ ਦਾ ਨਾਮ ਲਿਖ ਕੇ ਕੁਛ ਲਿਖ ਰਹੇ ਹੋ ਨਾ, ਤਾਂ ਉਹ ਚੀਜ਼ ਤੁਹਾਨੂੰ ਐਗਜ਼ੈਕਟ ਡਿਟੋ ਉਵੇਂ ਹੀ ਲਿਖਣੀ ਪਊਗੀ। ਐਂ ਨਹੀਂ ਹੋ ਸਕਦਾ ਕਿ ਤੁਸੀਂ ਨਾਮ ਯੂਜ਼ ਕਰ ਰਹੇ ਹੋ ਪਰ ਜਿਹੜੀਆਂ ਉਹਦੀਆਂ ਲਾਈਨਸ ਹੈ ਉਹ ਤੁਸੀਂ ਪਲੈਟੋ ਦੀਆਂ ਲਿਖ ਦਿਓ, ਕਿਉਂਕਿ ਉੱਥੇ ਫਿਰ ਪੇਪਰ ਚੈੱਕਰ ਨੂੰ ਪਤਾ ਲੱਗ ਜਾਣਾ ਹੈਗਾ ਕਿ ਤੁਸੀਂ ਇੱਥੇ ਗਲਤ ਲਿਖ ਰੱਖਿਆ। ਤਾਂ ਉਸ ਤੋਂ ਬੈਸਟ ਹੈ ਕਿ ਤੁਸੀਂ ਬਸ ਉਸ ਚੀਜ਼ 'ਤੇ ਫੋਕਸ ਕਰੋ ਜਿਹੜੀ ਚੀਜ਼ ਤੁਸੀਂ ਐਗਜ਼ੈਕਟ ਲਿਖ ਸਕਦੇ ਹੋ। ਤਾਂ ਜਿਹੜੇ ਮਨੋਵਿਗਿਆਨੀ ਆ ਉਹਨਾਂ ਦਾ ਥੋੜਾ ਘੱਟ ਨਾਮ ਯੂਜ਼ ਕਰਨ ਦੀ ਕੋਸ਼ਿਸ਼ ਕਰਿਓ, ਪਰ ਹਾਂ ਜਿਹੜੇ ਸਟੂਡੈਂਟਸ ਯਾਦ ਕਰ ਸਕਦੇ ਹੈ ਉਹ ਲਿਖ ਦਿਓ, ਫਿਰ ਬਹੁਤ ਵਧੀਆ ਹੈਗਾ। ਪਰ ਗਲਤ ਲਿਖਣ ਨਾਲੋਂ ਬੈਸਟ ਹੈ ਨਾ ਲਿਖੋ। ਸਿੰਪਲ ਇਹਦੇ ਵਿੱਚ ਕੁਝ ਲਾਈਨਸ ਲਿਖੀਆਂ, ਤੁਸੀਂ ਮਾਨਵ ਦੇ ਵਿਕਾਸ ਵਿੱਚ ਆਹ ਲਾਈਨਸ ਲਿਖ ਦਿਓ। ਕੀ ਕਹਿੰਦੇ ਆ ਇਹ, ਆਪਾਂ ਪੜ੍ਹ ਲੈਂਦੇ ਹਾਂ। ਸਿੱਖਿਆ ਦੁਆਰਾ ਵਿਅਕਤੀ ਵਿੱਚ ਸੋਚਣ ਸਮਝਣ ਦੀ ਸ਼ਕਤੀ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਇਹ ਵਿਅਕਤੀ ਦਾ ਵਿਕਾਸ ਕਰਨ ਵਿੱਚ ਸਹਾਇਤਾ ਕਰਦੀ ਹੈ। ਹੁਣ ਜਦੋਂ ਦੇਖੋ ਇੱਕ ਮਨੁੱਖ ਦਾ ਵਿਕਾਸ ਹੁੰਦਾ ਹੈ, ਹੁਣ ਵਿਕਾਸ ਦੇ ਨਾਲ ਕੀ ਹੈ, ਉਸ ਦੀ ਸੋਚਣ ਸਮਝਣ ਦੀ ਸ਼ਕਤੀ ਦੇ ਵਿੱਚ ਵੀ ਤਾਂ ਵਿਕਾਸ ਹੁੰਦਾ ਹੈ। ਇਹ ਇਸ ਤਰੀਕੇ ਨਾਲ ਆਪਾਂ ਕੀ ਕਹਿ ਸਕਦੇ ਹਾਂ ਕਿ ਵਿਅਕਤੀ ਦਾ ਵਿਕਾਸ ਹੋ ਰਿਹਾ ਹੈ। ਅਗਰ ਉਹਦੀ ਬੁੱਧੀ ਦਾ ਵਿਕਾਸ ਹੋ ਰਿਹਾ ਤਾਂ ਇਹ ਉਸਦੀਆਂ ਜਮਾਂਦਰੂ ਸ਼ਕਤੀਆਂ ਦਾ ਸਰਵਪੱਖੀ ਵਿਕਾਸ ਕਰਦੀ ਹੈ, ਜਿਸ ਦੁਆਰਾ ਉਹ ਆਪਣੇ ਵਾਤਾਵਰਣ ਨਾਲ ਅਨੁਕੂਲਨ ਸਥਾਪਿਤ ਕਰ ਸਕਦਾ ਹੈ। ਹੁਣ ਇਸ ਦਾ ਅਰਥ ਹੋਇਆ ਕਿ ਜਿਹੜਾ ਇੱਕ ਵਿਅਕਤੀ ਹੈ ਉਹਦੇ ਵਿੱਚ ਕੁਝ ਜਮਾਂਦਰੂ ਸ਼ਕਤੀਆਂ ਸੀ। ਹੁਣ ਉਹਨਾਂ ਸ਼ਕਤੀਆਂ ਦਾ ਕੀ ਹੋ ਰਿਹਾ? ਸਰਵਪੱਖੀ ਵਿਕਾਸ ਹੋ ਰਿਹਾ। ਅਗਰ ਸਰਵਪੱਖੀ ਵਿਕਾਸ ਹੋਊਗਾ ਤਾਂ ਫਿਰ ਉਹਦਾ ਵਾਤਾਵਰਨ ਕੀ ਆ, ਅਨੁਕੂਲ ਹੋ ਜਾਊਗਾ ਉਹਦੇ। ਹੁਣ ਦੇਖੋ, ਹੁਣ ਇੱਥੇ ਤੁਸੀਂ ਇੱਕ ਪੁਆਇੰਟ ਆਪਦੇ ਕੋਲੋਂ ਵੀ ਐਡ ਕਰ ਸਕਦੇ ਹੋਗੇ ਸਰਵਪੱਖੀ ਵਿਕਾਸ ਦਾ। ਥਰਡ ਪੁਆਇੰਟ ਹੈ, ਫੋਰਥ ਪੁਆਇੰਟ ਬਣਾ ਕੇ ਲਿਖ ਦਿਓ ਸਰਵਪੱਖੀ ਵਿਕਾਸ। ਹੁਣ ਸਰਵਪੱਖੀ ਵਿਕਾਸ ਦਾ ਮਤਲਬ ਮੈਂ ਦੇਖੋ ਤੁਹਾਨੂੰ ਆਲਰੇਡੀ ਪੜ੍ਹਾ ਚੁੱਕੀ ਹਾਂ। ਸਰਵਪੱਖੀ ਵਿਕਾਸ ਹੁੰਦਾ ਹੈ ਵਿਅਕਤੀ ਦਾ ਬੌਧਿਕ, ਉਸਦਾ ਮਾਨਸਿਕ, ਸਰੀਰਕ ਵਿਕਾਸ ਹੋਣਾ। ਹੋਰ ਕੀ ਹੁੰਦਾ ਸਰਵਪੱਖੀ ਵਿਕਾਸ? ਇੱਕ ਮਨੁੱਖ ਦਾ ਸਿੱਖਿਆ ਪ੍ਰਾਪਤ ਕਰਕੇ ਜਦੋਂ ਉਹ ਆਰਥਿਕ, ਰਾਜਨੀਤਿਕ, ਸੱਭਿਆਚਾਰਿਕ ਸਾਰੇ ਪਾਸਿਓਂ ਉਸ ਦਾ ਵਿਕਾਸ ਹੋ ਜੇ, ਉਸ ਵਿਕਾਸ ਨੂੰ ਆਪਾਂ ਕਹਿੰਦੇ ਹਾਂ ਕਿ ਮਨੁੱਖ ਦਾ ਸਰਵਪੱਖੀ ਵਿਕਾਸ ਹੋ ਗਿਆ। ਠੀਕ ਹੈ।
ਤਾਂ ਕੁਝ ਲਾਈਨਸ ਤੁਸੀਂ ਆਪਦੇ ਕੋਲ ਪੁਆਇੰਟ ਬਣਾ ਕੇ ਵੀ ਲਿਖ ਸਕਦੇ ਹੋਗੇ। ਦੇਖੋ ਹੁਣ ਮੈਨੂੰ ਵੀ ਪਤਾ ਕਿ ਸਾਰੇ ਦੇ ਸਾਰੇ ਪੁਆਇੰਟਸ ਡਿਟੋ ਯਾਦ ਨਹੀਂ ਰਹਿੰਦੇ, ਪਰ ਤੁਸੀਂ ਨਾ ਚੀਜ਼ਾਂ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕੁਝ ਕੁ ਪੁਆਇੰਟ ਜਿੰਨੇ ਯਾਦ ਰਹਿ ਗਏ ਵਧੀਆ ਗੱਲ ਹੈ, ਕੁਝ ਕੁ ਪੁਆਇੰਟ ਜਿਵੇਂ ਜਿਵੇਂ ਆਪਾਂ ਲਿਖਦੇ ਜਾਵਾਂਗੇ ਨਾ ਤਾਂ ਖੁਦ ਵੀ ਪੁਆਇੰਟ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ। ਸਿਖਲਾਈ ਦਾ ਕਾਰਜ। ਕੁਝ ਵਿਚਾਰਕਾਂ ਦਾ ਮਤ ਹੈ ਕਿ ਸਿੱਖਿਆ ਸਿਖਲਾਈ ਦਾ ਕਾਰਜ ਹੈ ਜਿਸ ਦੁਆਰਾ ਵਿਅਕਤੀ ਨੂੰ ਸਮਾਜਿਕ ਜੀਵਨ ਵਿੱਚ ਆਪਣਾ ਉਚਿਤ ਸਥਾਨ ਗ੍ਰਹਿਣ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਹੁਣ ਇਸ ਦੇ ਵਿੱਚ ਫਿਰ ਤੋਂ ਮਤਲਬ ਕੁਝ ਵਿਚਾਰਕ ਮਤਲਬ ਜਿਹੜੇ ਕੁਝ ਆਪਦੇ ਮਤ ਯੂਜ਼ ਕਰਦੇ ਹੈਗੇ ਕਿ ਜਿਹੜੀ ਸਿੱਖਿਆ ਹੈਗੀ ਆ ਉਹ ਸਿਖਲਾਈ ਦਾ ਕਾਰਜ ਹੈ। ਹੁਣ ਇਸ ਦਾ ਮਤਲਬ ਕੀ ਹੋਇਆ ਵੀ ਜਿਹੜਾ ਇੱਕ ਮਨੁੱਖ ਹੈ ਉਸ ਦੀ ਮੂਲ ਪ੍ਰਵਿਰਤੀ ਕੀ ਹੈ? ਪਸ਼ੂ ਪ੍ਰਵਿਰਤੀ। ਹੁਣ ਪਸ਼ੂ ਪ੍ਰਵਿਰਤੀ ਦਾ ਅਰਥ ਕੀ ਹੋਇਆ ਕਿ ਉਸ ਨੂੰ ਕੁਛ ਨਾ ਕੁਛ ਆਪਾਂ ਨੂੰ ਸਿਖਾਉਣਾ ਹੀ ਪੈਂਦਾ ਹੈਗਾ। ਤਾਂ ਉਹਦੇ ਵਿੱਚ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ? ਉਹਦੀ ਸਿਖਲਾਈ, ਟ੍ਰੇਨਿੰਗ। ਹੁਣ ਅਗਰ ਆਪਾਂ ਸਿੰਪਲ ਲੈਂਗੁਏਜ ਦੀ ਗੱਲ ਕਰੀਏ, ਆਪਾਂ ਆਮ ਛੋਟੇ ਬੱਚੇ ਦੇ ਵਿੱਚ ਅਗਰ ਆਪਾਂ ਉਸ ਬੱਚੇ ਛੋਟੇ ਨੂੰ ਬੈਠਣਾ ਨਹੀਂ ਸਿਖਾਵਾਂਗੇ, ਚੱਲਣਾ ਨਹੀਂ ਸਿਖਾਵਾਂਗੇ, ਬੋਲਣਾ ਨਹੀਂ ਸਿਖਾਵਾਂਗੇ ਤਾਂ ਫਿਰ ਉਹ ਬੋਲ ਨਹੀਂ ਸਕਦਾ। ਤੁਸੀਂ ਇੱਕ ਛੋਟੇ ਬੱਚੇ ਨੂੰ ਲਓ, ਉਹਨੂੰ ਜੰਗਲ 'ਚ ਛੱਡ ਆਓ, ਠੀਕ ਹੈ, ਉਹਨੂੰ ਕੁਛ ਨਾ ਸਿਖਾਓ, ਉਹ ਬੱਚਾ ਕਦੇ ਵੀ ਬੋਲਣਾ ਨਹੀਂ ਸਿੱਖੂਗਾ। ਕਿਉਂ ਨਹੀਂ ਸਿੱਖੂ? ਕਿਉਂਕਿ ਆਪਾਂ ਉਸ ਨੂੰ ਟ੍ਰੇਨਿੰਗ, ਉਹਦੀ ਸਿਖਲਾਈ ਨਹੀਂ ਕੀਤੀ ਕਦੇ। ਤਾਂ ਸਿੰਪਲ ਗੱਲ ਕੀ ਹੋਈ ਇਹਦੇ ਵਿੱਚ ਕਿ ਆਪਣੀ ਜਿਹੜੀ ਪ੍ਰਵਿਰਤੀ ਉਹ ਪਸ਼ੂਆਂ ਟਾਈਪ ਦੀ ਹੈ, ਮਤਲਬ ਆਪਾਂ ਨੂੰ ਵੀ ਸਿਖਾਉਣਾ ਪੈਂਦਾ ਹਰ ਕੋਈ ਚੀਜ਼। ਆਪਾਂ ਜਦੋਂ ਸਿੱਖ ਜਾਂਦੇ ਹਾਂ ਫਿਰ ਠੀਕ ਹੈ, ਫਿਰ ਆਪਣਾ ਉਸ ਕੰਮ ਵਿੱਚ ਆਪਾਂ ਪਰਫੈਕਟ ਹੋ ਜਾਂਦੇ ਹਾਂ। ਹੁਣ ਆਪਾਂ ਨੂੰ ਬੋਲਣਾ ਆਉਂਦਾ, ਆਪਾਂ ਕੁਛ ਵੀ ਬੋਲ ਸਕਦੇ ਹਾਂ, ਹੈ ਨਾ। ਆਪਣੇ ਪੈਰੈਂਟਸ ਹੁਣ ਆਪਾਂ ਨੂੰ ਹਰ ਇੱਕ ਵਰਡ ਤਾਂ ਨਹੀਂ ਸਿਖਾਉਂਦੇ ਨਾ ਕਿ ਇਸ ਟਾਈਮ 'ਤੇ ਤੂੰ ਆਹ ਬੋਲ, ਇਸ ਟਾਈਮ 'ਤੇ ਤੂੰ ਆਹ ਬੋਲ। ਇੱਕ ਵਾਰੀ ਆਪਾਂ ਨੂੰ ਬੋਲਣਾ ਸਿਖਾ ਤਾ, ਆਪਾਂ ਨੂੰ ਲੈਂਗੁਏਜ ਆ ਗਈ, ਹੁਣ ਆਪਾਂ ਕੁਛ ਵੀ ਬੋਲ ਸਕਦੇ ਹਾਂ, ਆਪਾਂ ਕੁਛ ਵੀ ਬੋਲਣਾ ਹੈ ਨਾ। ਉਸਨੂੰ ਇਹ ਸਿਖਲਾਈ ਸਿੱਖਿਆ ਦੁਆਰਾ ਹੀ ਦਿੱਤੀ ਜਾਂਦੀ ਹੈ। ਹੁਣ ਕਹਿੰਦੇ ਜਿਹੜੀ ਸਿਖਲਾਈ ਹੁੰਦੀ ਹੈ ਉਹ ਇੱਕ ਬੱਚਾ ਹੁੰਦਾ ਹੈਗਾ, ਉਹ ਆਪਣੇ ਮੈਂਬਰਾਂ ਤੋਂ, ਆਪਣੇ ਪਰਿਵਾਰ ਦੇ ਮੈਂਬਰਾਂ ਤੋਂ, ਆਪਣੇ ਸਮਾਜ, ਆਪਣੇ ਆਂਢ ਗੁਆਂਢ ਤੋਂ ਸਿੱਖਦਾ ਹੈ। ਕੁਛ ਗੱਲਾਂ ਹੁੰਦੀਆਂ ਪਰਿਵਾਰ ਤੋਂ ਸਿੱਖਿਆ ਜਾਂਦੀਆਂ, ਕੁਛ ਸਕੂਲ ਤੋਂ ਸਿੱਖਿਆ ਜਾਂਦੀਆਂ। ਹੋਰ ਕੀ ਕਹਿ ਸਕਦੇ ਹਾਂ ਆਪਾਂ, ਇਸ ਦੇ ਵਿੱਚ ਉਸ ਵਿਅਕਤੀ ਦੀਆਂ ਭਾਵਨਾਵਾਂ, ਕਾਮਨਾਵਾਂ, ਵਿਵਹਾਰ, ਉਹਦੇ ਉੱਤੇ ਸਭ ਦੇ ਉੱਪਰ ਹੀ ਆਪਾਂ ਕੰਮ ਕਰਦੇ ਹਾਂ ਕਿ ਜਿਹੜਾ ਬੱਚਾ ਹੈ ਉਹਨੂੰ ਭਾਵਨਾਵਾਂ ਉਹਦੇ ਕਿਹੋ ਜਿਹੀਆਂ ਹੋਣ, ਉਹ ਕਿਸ ਤਰ੍ਹਾਂ ਦੀਆਂ ਕਾਮਨਾ ਕਰਦਾ, ਉਹਦਾ ਵਿਵਹਾਰ ਕਿਹੋ ਜਿਹਾ, ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨੂੰ। ਇਸ ਤੋਂ ਬਾਅਦ ਹੈ ਮਾਰਗਦਰਸ਼ਨ। ਬੱਚਿਆਂ ਨੂੰ ਸਿੱਖਿਆ ਦੇਣ ਦਾ ਅਰਥ ਹੈ ਉਹਨਾਂ ਦਾ ਉਚਿਤ ਮਾਰਗਦਰਸ਼ਨ ਕਰਨਾ। ਮਾਰਗਦਰਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਕੋਈ ਚੀਜ਼ ਲੈਟ ਕਰ ਲਓ, ਕੁਝ ਸਮਝ ਨਹੀਂ ਆ ਰਹੀ, ਆਪਾਂ ਆਪਣੇ ਵੱਡਿਆਂ ਤੋਂ ਜਾਂ ਆਪਣੇ ਟੀਚਰਸ ਨਾਲ ਡਿਸਕਸ ਕਰਦੇ ਹਾਂ ਨਾ, ਜਿਵੇਂ ਕਿ ਤੁਸੀਂ ਵੀ ਮੇ ਬੀ ਕਦੇ ਕੀਤਾ ਹੋਵੇ ਕਿ ਮੈਮ ਹੁਣ ਅਸੀਂ 10th ਕਲਾਸ ਦੇ ਵਿੱਚ ਹੈਗੇ ਹਾਂ, ਫਿਰ ਹੁਣ ਅਸੀਂ ਕਿਹੜੇ ਫੀਲਡ ਵੱਲ ਜਾਈਏ, ਕਿਹਦੇ ਵਿੱਚ ਜ਼ਿਆਦਾ ਸਕੋਪ ਹੈ, ਤਾਂ ਆਪਾਂ ਆਪਦੇ ਟੀਚਰਸ ਦੇ ਨਾਲ ਗੱਲ ਕਰਦੇ ਹਾਂ ਨਾ। ਤਾਂ ਜਿਹੜੇ ਟੀਚਰਸ ਮਤਲਬ ਆਪਾਂ ਨੂੰ ਕੋਈ ਵਧੀਆ ਰਾਹ ਪਾ ਦਿੰਦੇ, ਆਪਾਂ ਕੀ ਕਹਿੰਦੇ ਹਾਂ ਕਿ ਹਾਂਜੀ ਆਹ ਵਾਲੇ ਟੀਚਰ ਨੇ ਮੈਨੂੰ ਆਹ ਗੱਲ ਕਹੀ ਸੀ, ਉਹਨਾਂ ਨੇ ਮੇਰਾ ਵਧੀਆ ਮਾਰਗਦਰਸ਼ਨ ਕੀਤਾ ਅਤੇ ਅੱਜ ਮੈਂ ਵਧੀਆ ਸਕਸੈਸਫੁੱਲ ਹੋ ਗਿਆ, ਠੀਕ ਹੈ ਜੀ। ਤਾਂ ਇਸ ਤਰੀਕੇ ਦੇ ਨਾਲ ਕਿਹਾ ਵੀ ਜਿਹੜਾ ਸਿੱਖਿਆ ਦਾ ਮੁੱਖ ਉਦੇਸ਼ ਹੁੰਦਾ ਹੈਗਾ ਉਹ ਬੱਚਿਆਂ ਦੀਆਂ ਅਵਿਕਸਿਤ ਯੋਗਤਾਵਾਂ। ਅਵਿਕਸਿਤ ਮਤਲਬ ਜੋ ਯੋਗਤਾਵਾਂ ਵਿਕਸਿਤ ਨਹੀਂ ਹੋਈਆਂ, ਉਹਨਾਂ ਦੇ ਸਮਰੱਥਾਵਾਂ, ਸ਼ਕਤੀਆਂ ਜਾਂ ਰੁਚੀਆਂ, ਉਹਨਾਂ ਸਭ ਦੇ ਉੱਪਰ ਆਪਾਂ ਕੀ ਕਰਨਾ ਹੈਗਾ, ਕੰਮ ਕਰਨਾ ਹੈ, ਵਰਕ ਕਰਨਾ ਹੈ, ਤਾਂ ਕਿ ਜਿਹੜਾ ਬੱਚਾ ਹੈਗਾ ਉਸ ਆਪਾਂ ਵਧੀਆ ਮਾਰਗਦਰਸ਼ਨ ਕਰ ਸਕੀਏ, ਉਸ ਨੂੰ ਇੱਕ ਅੱਛੀ ਡਾਇਰੈਕਸ਼ਨ ਦੇ ਸਕੀਏ। ਇਹਨਾਂ ਸਭ ਦੇ ਉੱਪਰ ਕੰਮ ਕਰਕੇ, ਇਹਨਾਂ ਸਭ ਦੇ ਉੱਪਰ ਕੰਮ ਕੌਣ ਕਰੂਗਾ? ਅਧਿਆਪਕ ਕਰਨਗੇ, ਮਾਤਾ ਪਿਤਾ ਕਰਨਗੇ। ਉਦੇਸ਼ਮੁਖੀ ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਅੰਤਰਗਤ ਕੁਝ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਯਤਨ ਕੀਤੇ ਜਾਂਦੇ ਆ। ਓਬਵੀਅਸਲੀ ਹੈ, ਹੁਣ ਆਪਾਂ ਵੀ ਤੁਸੀਂ ਐਗਜ਼ਾਮ ਦੇਣੀ ਹੈ, ਉਹਦੇ ਲਈ ਤੁਸੀਂ ਪੜ੍ਹ ਰਹੇ ਹੋ, ਯਤਨ ਕਰ ਰਹੇ ਹੋ, ਠੀਕ ਹੈ। ਨਿਯੋਜਿਤ ਪਲੈਨਡ ਜਿਹੜੀ ਸਿੱਖਿਆ ਹੁੰਦੀ ਹੈ ਇਹ ਇੱਕ ਕੀ ਹੈ, ਪਲੈਨਡ ਪ੍ਰਕਿਰਿਆ ਹੈ, ਨਿਯੋਜਿਤ ਪ੍ਰਕਿਰਿਆ ਹੈ। ਮਤਲਬ ਇਹਦੇ ਵਿੱਚ ਕੁਛ ਨਾ ਕੁਛ ਸਿੱਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ। ਹੁਣ ਛੋਟਾ ਬੱਚਾ ਹੋਇਆ ਤਾਂ ਮਾਂ ਪਿਓ ਕੀ ਕਰਦੇ ਹੈਗੇ, ਪੈਰੈਂਟਸ ਧਿਆਨ ਦਿੰਦੇ ਹੈ ਕਿ ਹਾਂਜੀ 6 ਮਹੀਨਿਆਂ ਦਾ ਬੱਚਾ ਹੋ ਗਿਆ, ਇਸ ਨੂੰ ਹੁਣ ਥੋੜ੍ਹਾ ਜਿਹਾ ਆਪਾਂ ਬੋਲਣ ਦਾ ਕੋਸ਼ਿਸ਼ ਕਰੀਏ, ਉਹਨਾਂ ਨੂੰ ਬੁਲਾਉਂਦੇ ਹੈ ਮਾਂ ਬੋਲ, ਪਾ ਬੋਲ, ਤਾਂ ਕਿ ਬੱਚਾ ਹੌਲੀ ਹੌਲੀ ਲੈਂਗੁਏਜ ਨੂੰ ਯੂਜ਼ ਕਰਨਾ ਸਿੱਖੇ। ਜਦੋਂ ਬੱਚਾ ਸਾਲ ਸਵਾ ਸਾਲ ਦਾ ਹੋ ਜਾਂਦਾ ਹੈ ਨਾ, ਲਗਭਗ ਕੁਛ 15 ਮੰਥ ਦਾ, 18 ਮੰਥ ਦਾ, ਫਿਰ ਪੈਰੈਂਟਸ ਕੀ ਹੈ ਉਹਨੂੰ ਥੋੜ੍ਹਾ ਚਲਾਉਣ ਦੀ ਕੋਸ਼ਿਸ਼ ਕਰਦੇ ਹੈ ਤਾਂ ਕਿ ਥੋੜ੍ਹੇ ਉਹਦੇ ਮਤਲਬ ਮਸਲਸ ਮਜ਼ਬੂਤ ਬਣਨ ਅਤੇ ਉਹ ਚੱਲਣਾ ਸਿੱਖੇ। ਤਾਂ ਮਤਲਬ ਕਿ ਹਰ ਕੋਈ ਚੀਜ਼ ਪਲੈਨਿੰਗ ਦੇ ਵਿੱਚ ਹੁੰਦੀ ਹੈ। ਹੁਣ ਫਸਟ ਡੇ ਤਾਂ ਨਹੀਂ ਆਪਾਂ ਉਹਨੂੰ ਚਲਾ ਸਕਦੇ ਨਾ, ਤਾਂ ਇੱਕ ਟਾਈਮ ਪੀਰੀਅਡ ਹੁੰਦਾ, ਸਭ ਕੁਛ ਪਲੈਨਡ ਹੁੰਦਾ ਕਿ ਆਹ ਕੰਮ ਇਸ ਟਾਈਮ 'ਤੇ ਕੀਤਾ ਜਾਊਗਾ, ਆਹ ਕੰਮ ਇਸ ਟਾਈਮ 'ਤੇ ਕੀਤਾ ਜਾਊਗਾ। ਟਾਈਮ ਪੀਰੀਅਡ ਹੁੰਦਾ ਹੈ ਕਿ ਹਾਂਜੀ ਆਪਾਂ ਬੱਚੇ ਨੂੰ 3 ਸਾਲ ਦੇ ਨੂੰ ਸਕੂਲ ਲਗਾਉਣਾ ਹੈ।
ਹੁਣ 1 ਸਾल का बच्चा स्कूल जाके की करूगा, ठीक है। तो मतलब हर एक चीज़ प्लानिंग दे विच हुंदी है, जिहड़ी सिक्ख्या हैगी है वो एक पूरा क्रमबद्ध विच चलदी है। प्रभावशाली सिक्ख्या दूसरे ते प्रभाव पाउण वाली एक प्रक्रिया है। इस विच परिपक्व व्यक्ति, जिहड़े व्यक्ति कौन है, मापे, अध्यापक ते वड्डे मैंबर कोई भी आ सकते हैं। हुण इहदा मतलब कि एक जिहड़ा बच्चा हैगा वो सिੱਖਦਾ है, किसी भी ਵੱਡੇ ਦਾ ਆਪਣੇ ਉੱਪਰ ਪ੍ਰਭਾਵ ਪੈਂਦਾ। ਹੁਣ ਉਹ ਵੱਡਾ ਕੌਣ ਹੋਊਗਾ, ਆਪਣੇ ਮਾਪੇ ਹੋ ਸਕਦੇ ਆ ਜਿਨ੍ਹਾਂ ਨਾਲ ਆਪਾਂ ਕੁਛ ਨਾ ਕੁਛ ਉਹਨਾਂ ਤੋਂ ਸਿੱਖਦੇ ਆ, ਆਪਣੇ ਅਧਿਆਪਕ ਹੋ ਸਕਦੇ ਆ, ਆਪਣੇ ਘਰ ਦੇ ਵਿੱਚ ਵੱਡੇ ਮੈਂਬਰ ਹੋ ਸਕਦੇ ਆ ਜਿਹੜੀ ਆਪਾਂ ਨੂੰ ਕੁਛ ਨਾ ਕੁਛ ਸਿਖਾਉਂਦੇ ਆ, ਉਹਨਾਂ ਦਾ ਪ੍ਰਭਾਵ ਆਪਣੇ ਉੱਪਰ ਪੈਂਦਾ ਹੈਗਾ। ਸਿੱਖਿਆ ਵਾਧਾ ਹੈ, ਸਿੱਖਿਆ ਕੀ ਇੱਕ ਗਰੋਥ ਹੈ। ਹੁਣ ਇਸ ਦਾ ਅਰਥ ਕੀ ਹੋਇਆ, ਸਿੰਪਲ ਲੈਂਗੁਏਜ ਵਿੱਚ ਲਿਖਿਆ ਹੋਇਆ ਹੈ ਕਿ ਸਰੀਰਕ ਅੰਗਾਂ ਤੇ ਮਾਨਸਿਕ ਸ਼ਕਤੀਆਂ ਦਾ ਜਿਹੜਾ ਵਿਸਥਾਰ ਹੈ, ਵਾਧਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਆ, ਵਾਧਾ ਕਹਿੰਦੇ ਆ। ਸਿੱਖਿਆ ਦੇ ਵਿੱਚ ਵਾਧਾ ਹੋ ਗਿਆ। ਇਸ ਦੇ ਮੁੱਖ 2 ਤੱਤ ਹੈ, ਸਿਖਲਾਈ ਤੇ ਵਾਤਾਵਰਨ। ਤੁਸੀਂ ਇਸ ਪੁਆਇੰਟ ਨੂੰ ਲਿਖਣਾ ਤਾਂ ਸਿੰਪਲ ਇੰਨਾ ਕੁ ਲਿਖ ਦਿਓ, ਵੈਸੇ ਇਹਦੇ ਵਿੱਚ ਕੁਝ ਹੈ ਨਹੀਂ ਸੀ ਖਾਸ ਪੜ੍ਹਨ ਵਾਲਾ। ਇਹ ਵਾਲਾ ਪੁਆਇੰਟ ਦੇ ਵਿੱਚ ਕੀ ਹੈ, 2 ਮੁਖੀ ਪ੍ਰਕਿਰਿਆ ਹੈ। ਮੇਨ ਇਹਦੇ ਵਿੱਚ ਚੀਜ਼ ਕੀ ਹੈ, 2 ਮੁਖੀ ਮਤਲਬ ਸਭ ਤੋਂ ਪਹਿਲਾਂ ਇੱਕ ਹੋਊਗਾ ਤੁਹਾਡਾ ਸਿੱਖਿਅਕ, ਇੱਕ ਹੋਊਗਾ ਤੁਹਾਡਾ ਸਿੱਖਿਆਰਥੀ। ਸਿੱਖਿਅਕ ਕੀ ਹੁੰਦਾ ਹੈਗਾ, ਐਜੂਕੇਟਰ, ਤੇ ਸਿੱਖਿਆਰਥੀ ਕੀ ਹੁੰਦਾ, ਐਜੂਕੈਂਟ। मतलब ਜਿਹੜਾ ਤੁਹਾਡੇ ਕੋਲੇ ਇੱਕ ਸਿੱਖਿਅਕ ਹੈ ਸਿਖਾਉਣ ਵਾਲਾ ਤੇ ਜਿਹੜਾ ਸਿੱਖਿਆਰਥੀ ਹੈ ਉਹ ਸਿੱਖਣ ਵਾਲਾ। ਮਤਲਬ ਇੱਥੇ ਤੁਹਾਡੇ ਟੀਚਰ ਦੀ ਗੱਲ ਕੀਤੀ ਗਈ ਹੈ ਤੇ ਇੱਥੇ ਤੁਹਾਡੇ ਕੋਲ ਸਟੂਡੈਂਟ ਦੀ ਗੱਲ ਕੀਤੀ ਗਈ ਹੈ। ਤਾਂ 2 ਪੱਖੀ ਪ੍ਰਕਿਰਿਆ ਦੇ ਵਿੱਚ ਕੀ ਹੈ, ਇੱਕ ਤੁਹਾਡਾ ਟੀਚਰ ਹੈ, ਇੱਕ ਸਟੂਡੈਂਟ ਹੈ, ਉਹ ਦੋਨੋਂ ਕੀ ਹੈ ਇੱਕ ਪ੍ਰਕਿਰਿਆ ਦੇ ਵਿੱਚ ਹੈਗੇ ਹੈ। ਟੀਚਰ ਸਿਖਾ ਰਿਹਾ ਹੈ ਤੇ ਸਟੂਡੈਂਟ ਸਿੱਖ ਰਿਹਾ ਹੈ, ਬਸ ਇਸੇ ਤਰੀਕੇ ਦੇ ਨਾਲ ਪ੍ਰੋਸੈਸ ਚੱਲਦਾ ਹੈਗਾ। ਹੁਣ ਇਸ ਦੇ ਵਿੱਚ ਫਿਰ ਤੋਂ ਮਨੋਵਿਗਿਆਨੀ ਆਉਂਦੇ ਆ, ਉਹ ਆਪਦੇ ਅਕੋਰਡਿੰਗ ਕੁਛ ਨਾ ਕੁਛ ਕਹਿੰਦੇ ਆ। ਤੁਸੀਂ ਪੜ੍ਹਨਾ ਪੜ੍ਹ ਸਕਦੇ ਹੋਗੇ, ਨਹੀਂ ਸਿੰਪਲ 2-3 ਲਾਈਨਾਂ ਪੜ੍ਹ ਲਿਓ। ਉਸ ਤੋਂ ਬਾਅਦ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਕਿ ਜਿਹੜਾ ਤੁਹਾਡੇ ਕੋਲ ਇੱਕ ਚਾਰਟ ਜਿਹਾ ਬਣਾ ਰੱਖਿਆ, ਇਸ ਦੇ ਅਕੋਰਡਿੰਗ ਤੁਸੀਂ ਲਿਖੋਗੇ। ਨਾਲ ਤਾਂ ਦੇਖੋ ਤੁਹਾਡਾ ਕੀ ਕੁਐਸਚਨ ਕਵਰ ਹੋ ਜਾਊਗਾ ਤੇ ਨਾਲ ਤੁਹਾਨੂੰ ਜ਼ਿਆਦਾ ਯਾਦ ਕਰਨ ਦੀ ਲੋੜ ਨਹੀਂ ਹੈ। ਤਾਂ ਇਹਨਾਂ ਨੇ ਕੀ ਕੀਤਾ, 2 ਧਰੁਵ ਬਣਾ ਲਏ। ਇੱਕ ਧਰੁਵ ਦੇ ਵਿੱਚ ਹੈ ਤੁਹਾਡਾ ਅਧਿਆਪਕ ਦਾ, ਇੱਕ ਧਰੁਵ ਹੈ ਤੁਹਾਡਾ ਵਿਦਿਆਰਥੀ ਦਾ। ਇਹ ਹੈਗਾ ਕਹਿੰਦੇ 2 ਪੱਖ ਨੇ, ਜਿਹਦੇ ਵਿੱਚ ਇੱਕ ਧਰੁਵ ਤੇ ਹੈ ਅਧਿਆਪਕ, ਇੱਕ ਧਰੁਵ ਦੇ ਉੱਪਰ ਹੈ ਵਿਦਿਆਰਥੀ। ਜਦੋਂ ਉਹ ਦੋਨੋਂ ਧਰੁਵ ਮਿਲ ਜਾਂਦੇ ਆ ਤਾਂ ਫਿਰ ਕੀ ਕੁਛ ਨਿਕਲਦਾ ਹੈ, ਸਾਹਮਣੇ ਆਉਂਦਾ ਹੈ, ਉਸ ਦੇ ਬਾਰੇ ਲਿਖਿਆ ਹੋਇਆ ਹੈ। ਇੱਕ ਸ਼ਖਸੀਅਤ ਦੂਸਰੇ ਦੇ ਵਿਕਾਸ ਨੂੰ ਸੋਧਣ ਲਈ ਕਾਰਜ ਕਰਦੀ ਹੈ। ਇਹਦਾ ਅਰਥ ਹੋਇਆ ਕਿ ਜਿਹੜਾ ਅਧਿਆਪਕ ਹੈ ਉਹ ਦੂਸਰਾ ਦਾ ਵਿਕਾਸ ਮਤਲਬ ਸਟੂਡੈਂਟ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈਗੀ। ਇਹਦੇ ਵਿੱਚ ਸੋਚੀ ਸਮਝੀ ਤੇ ਸੁਚੇਤ ਹੈ ਇਹ ਜਿਹੜੀ ਪ੍ਰਕਿਰਿਆ ਹੁੰਦੀ ਹੈ। ਓਬਵੀਅਸਲੀ ਇੱਕ ਅਧਿਆਪਕ ਵਿਦਿਆਰਥੀ ਨੂੰ ਜਿਹੜਾ ਵੀ ਕੁਛ ਪੜ੍ਹਾਉਂਦਾ ਹੈ ਉਹ ਸਾਰਾ ਕੁਛ ਸੋਚ ਸਮਝ ਕੇ ਹੀ ਆਉਂਦਾ ਹੈ, ਸੁਚੇਤ ਹੁੰਦਾ ਆਪਦੀ ਸਿੱਖਿਆ ਪ੍ਰਤੀ ਅਧਿਆਪਕ ਕਿ ਮੈਂ ਆਪਦੇ ਵਿਦਿਆਰਥੀ ਨੂੰ ਕੀ ਕੁਛ ਸਿਖਾਉਣਾ ਹੈਗਾ। ਨੈਕਸਟ ਹੈ ਸਿੱਖਿਅਕ ਦੀ ਸ਼ਖਸੀਅਤ। ਜਿਹੜਾ ਸਿੱਖਿਅਕ ਹੈਗਾ ਉਹਦੀ ਸ਼ਖਸੀਅਤ ਅਤੇ ਗਿਆਨ ਵਰਤੋਂ ਦਾ ਪ੍ਰਤੱਖ ਪ੍ਰਭਾਵ। ਜਿਹੜਾ ਤੁਹਾਡਾ ਸਿੱਖਿਅਕ ਹੈ ਅਧਿਆਪਕ ਹੈ ਉਹਦੀ ਸ਼ਖਸੀਅਤ ਕਿਹੋ ਜਿਹੀ ਹੈ, ਉਹਦਾ ਗਿਆਨ ਕਿਹੋ ਜਿਹਾ ਹੈ, ਉਹ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਨੂੰ ਦੇ ਰਿਹਾ ਹੈ, ਉਹ ਸਾਰਾ ਕੁਛ ਹੀ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਹੈ ਇੱਕ ਵਿਦਿਆਰਥੀ ਦੀ ਸ਼ਖਸੀਅਤ ਦੇ ਉੱਪਰ। ਠੀਕ ਹੈ ਜੀ। ਨੈਕਸਟ ਹੈ ਤੁਹਾਡੇ ਕੋਲ 3 ਪੱਖੀ ਪ੍ਰਕਿਰਿਆ। ਹੁਣ 3 ਪੱਖੀ ਪ੍ਰਕਿਰਿਆ ਦੇ ਵਿੱਚ ਕੀ ਹੈ, 2 ਚੀਜ਼ਾਂ ਤੁਹਾਡੀਆਂ ਉਹੀ ਸੇਮ ਆਉਣਗੀਆਂ, ਐਜੂਕੇਟਰ ਤੇ ਐਜੂਕੈਂਟ। ਆਹੀ ਤੁਹਾਡਾ ਸਿੱਖਿਅਕ ਟੀਚਰ ਤੇ ਸਿੱਖਿਆਰਥੀ ਸਿੱਖਿਅਕ ਤੁਹਾਡਾ ਟੀਚਰ ਤੇ ਸਿੱਖਿਆਰਥੀ ਸਟੂਡੈਂਟ। ਇਸ ਤੋਂ ਬਾਅਦ ਇੱਕ ਇਹਦੇ ਵਿੱਚ ਹੋਰ ਨਵੀਂ ਚੀਜ਼ ਐਡ ਹੋ ਜੂਗੀ, ਵਾਤਾਵਰਨ। ਹੁਣ ਇਸ ਦੇ ਵਿੱਚ ਆਪਾਂ ਨੂੰ ਕੀ ਕਿਹਾ ਗਿਆ ਹੈ ਵੀ ਜਿਹੜਾ ਟੀਚਰ ਤੇ ਸਟੂਡੈਂਟ ਇੱਕ ਦੂਜੇ ਨੂੰ ਜਿਹੜਾ ਕੁਛ ਵੀ ਸਮਝਾ ਰਹੇ ਹੈ, ਟੀਚਰ ਵਿਦਿਆਰਥੀ ਨੂੰ ਜੋ ਵੀ ਗਿਆਨ ਦੇ ਰਿਹਾ ਉਹ ਸਾਰਾ ਕੁਛ ਸਹੀ ਹੈ, ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਹਿੰਦੇ ਇਹਦੇ ਵਿੱਚ ਪ੍ਰਕਿਰਤੀ ਹੁੰਦੀ ਹੈ, ਇਹਦੇ ਵਿੱਚ ਵਾਤਾਵਰਨ ਹੁੰਦਾ ਹੈ। ਜੇਕਰ ਕਹਿੰਦੇ ਵਾਤਾਵਰਨ ਨਹੀਂ ਹੋਊਗਾ ਤਾਂ ਉਹਦੀ ਐਬਸੈਂਸ ਦੇ ਵਿੱਚ ਜਿਹੜਾ ਵੀ ਕੋਈ ਗਿਆਨ ਦਿੱਤਾ ਹੋਏਗਾ ਉਸ ਦੇ ਨਾਲ ਬੱਚਾ ਕਨੈਕਟਿਵ ਫੀਲ ਨਹੀਂ ਕਰ ਪਾਊਗਾ। ਤਾਂ ਜਿਹੜਾ ਅਧਿਆਪਕ ਹੈ ਉਹ ਬੱਚੇ ਨੂੰ ਇਸ ਤਰੀਕੇ ਦਾ ਗਿਆਨ ਦੇਵੇ ਤਾਂ ਕਿ ਜਿਹੜਾ ਬੱਚਾ ਹੈ ਉਹ ਆਪਦੇ ਵਾਤਾਵਰਨ ਦੇ ਵਿੱਚ ਰਹਿ ਕੇ ਉਸ ਚੀਜ਼ ਦੇ ਨਾਲ ਕਨੈਕਟਿਵ ਫੀਲ ਕਰ ਸਕੇ। ਹੁਣ ਇਹਦੇ ਵਿੱਚ ਜੌਨ ਡਿਊਈ ਕੀ ਕਹਿੰਦੇ ਹੈ, ਸਿੱਖਿਆ ਨੂੰ 3 ਪੱਖੀ ਪ੍ਰਕਿਰਿਆ ਮੰਨਦੇ ਹਨ। ਜਿਹੜੇ ਜੌਨ ਡਿਊਈ ਹੈ ਉਹ ਸਿੱਖਿਆ ਨੂੰ 3 ਪੱਖੀ ਪ੍ਰਕਿਰਿਆ ਮੰਨਦੇ ਹੈ। ਉਹ ਸਮਾਜਿਕ ਵਾਤਾਵਰਨ ਨੂੰ ਸਿੱਖਣ ਸਿਖਾਉਣ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਪੱਖ ਮੰਨਦੇ ਹਨ।
ਅਧਿਆਪਕ ਸਮਾਜਿਕ ਵਾਤਾਵਰਣ ਵਿਚਲੀਆਂ ਉਹਨਾਂ ਸਮਾਜਿਕ ਸ਼ਕਤੀਆਂ ਤੇ ਤੱਤਾਂ ਨੂੰ ਚੰਗੀ ਤਰ੍ਹਾਂ ਜਾਣਨਾ ਹੁੰਦਾ ਹੈ ਜਿਨ੍ਹਾਂ ਦੁਆਰਾ ਬੱਚੇ ਦੀ ਸ਼ਖਸੀਅਤ ਉੱਪਰ ਉਹਨਾਂ ਦਾ ਪ੍ਰਭਾਵ ਪੈਂਦਾ ਹੈ। ਹੁਣ ਕੀ ਕਹਿੰਦੇ, ਜਿਹੜਾ ਅਧਿਆਪਕ ਹੈ ਤੇ ਸਮਾਜਿਕ ਵਾਤਾਵਰਣ ਦੋਨਾਂ ਦੀ ਗੱਲ ਕੀਤੀ ਹੋਈ ਹੈ। ਇਹਨਾਂ ਦੋਨਾਂ ਦੇ ਹੀ ਆਪਸ ਦੇ ਵਿੱਚ ਮਿਲਣ ਤੋਂ ਜੋ ਵੀ ਇੱਕ ਸਮਾਜਿਕ ਸ਼ਕਤੀਆਂ ਬੱਚੇ ਦੀ ਸ਼ਖਸੀਅਤ ਨੂੰ ਪ੍ਰਭਾਵ ਪਾਉਂਦੀਆਂ ਉਹਨਾਂ ਬਾਰੇ ਗੱਲ ਕੀਤੀ ਗਈ ਹੈਗੀ। ਇਸ ਪ੍ਰਕਾਰ ਸਿੱਖਿਆ ਦੇ ਤਿੰਨ ਪੱਖੀ ਸੰਕਲਪ ਦੇ ਅੰਤਰਗਤ ਬੱਚੇ ਨੂੰ ਸਮਾਜ ਦਾ ਆਧਾਰ ਲੈ ਕੇ ਸਿੱਖਿਆ ਦਿੱਤੀ ਜਾਂਦੀ ਹੈ। ਸਮਾਜਿਕ ਸ਼ਕਤੀਆਂ ਸਮਾਜਿਕ ਵਾਤਾਵਰਣ ਤੋਂ ਅਧਿਆਪਕ ਤੇ ਸਿੱਖਿਆਰਥੀ ਨੂੰ ਪਾਠ ਵਸਤੂ ਪ੍ਰਦਾਨ ਕਰਦੀਆਂ ਹਨ। ਜੌਨ ਡਿਊਈ ਦਾ ਕਹਿਣਾ ਹੈ ਕਿ ਬੱਚਾ ਉਸ ਸਮਾਜ ਵਿੱਚ ਰਹਿੰਦਾ ਹੈ ਜਿਸ ਸਮਾਜ ਦਾ ਉਹ ਮੈਂਬਰ ਹੈ। ਇਸ ਲਈ ਸਿੱਖਿਆ ਦਾ ਇਹੀ ਕਾਰਜ ਹੈ ਕਿ ਬੱਚਿਆਂ ਨੂੰ ਉਸਦੇ ਸਮਾਜ ਲਈ ਤਿਆਰ ਕਰੇ। ਦੇਖੋ ਅਗੇਨ ਫਿਰ ਤੋਂ ਇਹਨਾਂ ਨੇ ਕੀ ਕਿਹਾ ਹੋਇਆ ਹੈਗਾ ਕਿ ਜਿਹੜਾ ਬੱਚਾ ਹੈ ਉਹ ਸਮਾਜ ਦੇ ਵਿੱਚ ਰਹਿੰਦਾ, ਉਹ ਸਮਾਜ ਦਾ ਇੱਕ ਮੈਂਬਰ ਹੈ। ਤਾਂ ਜੌਨ ਡਿਊਈ ਕਹਿੰਦੀ ਹੈ ਕਿ ਜਿਹੜਾ ਟੀਚਰ ਹੈ ਉਹ ਬੱਚੇ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਵੇ ਜਿਹੜਾ ਕਿ ਉਹ ਬੱਚਾ ਹੈ ਉਹ ਇੱਕ ਸਮਾਜ ਦੇ ਲਈ ਤਿਆਰ ਹੋ ਸਕੇ, ਉਹ ਆਪਦੇ ਆਪ ਨੂੰ ਫੀਲ ਕਰ ਸਕੇ ਕਿ ਹਾਂਜੀ ਮੈਂ ਇਸ ਸਮਾਜ ਦਾ ਮੈਂਬਰ ਹਾਂ। ਸਮਝ ਆ ਗਈ। ਤਾਂ ਮੇਨ ਇਹਦੇ ਵਿੱਚ ਕੀ ਕਿਹਾ ਹੋਇਆ ਹੈਗਾ ਵੀ ਜਿਹੜਾ ਅਧਿਆਪਕ ਹੈ ਤੇ ਵਿਦਿਆਰਥੀ ਹੈ ਉਹਨਾਂ ਦੋਨਾਂ ਦੇ ਨਾਲ ਸਿੱਖਿਆ ਦਾ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਜਿੰਨੇ ਤੱਕ ਉਸ ਪ੍ਰੋਸੈਸ ਦੇ ਵਿੱਚ ਤੁਸੀਂ ਇਨਵਾਇਰਮੈਂਟ ਨੂੰ, ਸਮਾਜ ਨੂੰ, ਵਾਤਾਵਰਨ ਨੂੰ ਇਨਕਲੂਡ ਨਹੀਂ ਕਰਦੇ। ਵਾਤਾਵਰਨ ਉਹੀ ਜਿਹਾ ਇਨਕਲੂਡ ਕਰਨਾ ਜਿਹੜਾ ਕਿ ਬੱਚੇ ਦੇ ਪੱਖ ਵਿੱਚ ਹੋਵੇ, ਬੱਚਾ ਉਸ ਵਾਤਾਵਰਨ ਤੋਂ ਕੁਛ ਨਾ ਕੁਛ ਸਿੱਖ ਸਕਦਾ ਹੋਵੇ ਤੇ ਆਪਦੇ ਆਪ ਨੂੰ ਉਸ ਵਾਤਾਵਰਨ ਦਾ, ਉਸ ਸਮਾਜ ਦਾ ਮੈਂਬਰ ਸਮਝੇ। ਠੀਕ ਹੈ, ਕਿਤੇ ਦਾ ਇੱਕ ਮੈਂਬਰ ਨੂੰ ਕਹਿਣਾ ਵੀ ਹਾਂ ਤੂੰ ਇਸ ਮੈਂਬਰ ਹੈਗਾ, ਇਸ ਸਕੂਲ ਦਾ ਮੈਂਬਰ ਹੈ, ਇਸ ਕਲਾਸ ਦਾ ਮੈਂਬਰ ਹੈ, ਕਿੱਥੇ ਆਪਾਂ ਉਸ ਚੀਜ਼ ਨਾਲ ਕਨੈਕਟਿਵ ਫੀਲ ਕਰਨਾ ਹੈ ਕਿ ਕਹਿਣ ਦੀ ਜ਼ਰੂਰਤ ਨਹੀਂ ਹੈਗਾ, ਆਪਾਂ ਨੂੰ ਫੀਲਿੰਗ ਆਉਂਦੀ ਹੈ ਕਿ ਹਾਂ ਮੈਂ ਇਸ ਕਲਾਸ ਦਾ ਹੀ ਹੈਗਾ। ਸਮਝ ਗਏ। ਨੈਕਸਟ ਹੈ ਮਨੋਵਿਗਿਆਨਿਕ ਤੇ ਸਮਾਜਿਕ ਸਿੱਖਿਆ। ਮਨੋਵਿਗਿਆਨਿਕ ਹੋਣ ਦੇ ਨਾਲ ਨਾਲ ਸਮਾਜਿਕ ਵੀ ਹੈ। ਇਸ ਵਿੱਚ ਬੱਚੇ ਦੇ ਨਿੱਜੀ ਗੁਣਾਂ ਤੇ ਸਮਰੱਥਾਵਾਂ, ਉਸਦੀਆਂ ਲੋੜਾਂ, ਰੁਚੀਆਂ ਆਦਿ ਨੂੰ ਉਸਦੇ ਸਮਾਜਿਕ ਆਧਾਰ ਦੇ ਅੰਤਰਗਤ ਵਿਆਖਿਆ ਮਿਲਣੀ ਚਾਹੀਦੀ ਹੈ। ਹੁਣ ਇਸ ਦੇ ਵਿੱਚ ਸਿੰਪਲ ਕੀ ਕਿਹਾ ਹੋਏਗਾ ਵੀ ਜਿਹੜੀ ਸਿੱਖਿਆ ਹੈ ਮਨੋਵਿਗਿਆਨਿਕ ਤੇ ਸਮਾਜਿਕ ਦੋਨੋਂ ਹੈਗੀ ਹੈ। ਇਸ ਦੇ ਵਿੱਚ ਬੱਚੇ ਦੇ ਗੁਣਾਂ ਤੇ ਉਹਨਾਂ ਦੀ ਸਮਰੱਥਾਵਾਂ, ਉਹਨਾਂ ਦੀਆਂ ਲੋੜਾਂ, ਉਹਦੀਆਂ ਰੁਚੀਆਂ ਦੇ ਅਕੋਰਡਿੰਗਲੀ ਹੀ ਉਹਨੂੰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਵਿਗਿਆਨ ਵੀ ਤੇ ਕਲਾ ਵੀ। ਹੁਣ ਜਿਹੜੀ ਸਿੱਖਿਆ ਹੈਗੀ ਹੈ ਉਹ ਵਿਗਿਆਨ ਵੀ ਹੈ, ਕਲਾ ਵੀ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਵਿਗਿਆਨ ਦੇ ਵਿੱਚ ਕੀ ਹੁੰਦਾ ਹੈ। ਵਿਗਿਆਨ ਦੇ ਵਿੱਚ ਆਪਾਂ ਕੋਈ ਪ੍ਰਯੋਗ ਕਰਦੇ ਹਾਂ, ਨਿਰੀਖਣ ਕਰਦੇ ਹਾਂ, ਠੀਕ ਹੈ, ਉਹ ਸਾਰਾ ਕੁਝ ਕੀ ਆ ਜਾਂਦਾ ਹੈ, ਵਿਗਿਆਨ ਦੇ ਵਿੱਚ ਆ ਜਾਂਦਾ ਹੈ। ਹੁਣ ਵਿਗਿਆਨ ਵਾਲਾ ਜੋ ਵੀ ਆਪਾਂ ਪ੍ਰਯੋਗ ਕਰਦੇ ਹਾਂ, ਨਿਰੀਖਣ ਕਰਦੇ ਹਾਂ, ਉਹ ਸਾਰਾ ਕੁਝ ਹੁੰਦਾ ਕਿੱਥੇ ਹੈ, ਸਕੂਲ, ਕਾਲਜ, ਯੂਨੀਵਰਸਿਟੀਆਂ, ਇਹ ਸਾਰਾ ਜਗ੍ਹਾ ਦੇ ਵਿੱਚ ਹੁੰਦੀਆਂ ਹੈਗੀਆਂ। ਹੁਣ ਇਹ ਸਾਰੇ ਕੁਛ ਦੇ ਨਾਲ ਹੁੰਦਾ ਕੀ ਹੈ, ਜਿਹੜਾ ਮਨੁੱਖ ਹੁੰਦਾ ਹੈ, ਬੱਚਾ ਹੁੰਦਾ ਹੈ, ਜਦੋਂ ਆਪਾਂ ਕੋਈ ਐਕਸਪੈਰੀਮੈਂਟ ਕਰਕੇ ਕੋਈ ਚੀਜ਼ ਨੂੰ ਸਿੱਖਦੇ ਹਾਂ ਤਾਂ ਆਪਣੇ ਵਿੱਚ ਕੀ ਰੁਚੀ ਪੈਦਾ ਹੁੰਦੀ ਹੈ, ਆਪਾਂ ਨੂੰ ਉਸ ਤੋਂ ਕੁਛ ਨਾ ਕੁਛ ਪ੍ਰੇਰਨਾ ਮਿਲਦੀ ਹੈ, ਆਪਣਾ ਧਿਆਨ ਇਕਾਗਰ ਹੁੰਦਾ ਹੈ, ਆਪਾਂ ਕੋਈ ਕੰਮ ਨੂੰ ਕਰਦੇ ਹਾਂ ਧਿਆਨ ਨਾਲ ਕਰਦੇ ਹਾਂ ਫਿਰ, ਠੀਕ ਹੈ, ਯਾਦਦਾਸ਼ਤ ਵੱਧਦੀ ਹੈ। ਆਪਾਂ ਕਿਸੇ ਚੀਜ਼ ਨੂੰ ਜਦੋਂ ਕਰਕੇ ਸਿੱਖਦੇ ਹਾਂ ਨਾ ਤਾਂ ਚੀਜ਼ ਹਮੇਸ਼ਾ ਆਪਣੇ ਮਾਈਂਡ ਵਿੱਚ ਰਹਿੰਦੀ ਹੈ ਕਿ ਆ ਮੈਂ ਕੰਮ ਕੀਤਾ ਸੀ, ਆ ਕੰਮ ਆਏ ਹੋਇਆ ਸੀ, ਉਹ ਪ੍ਰੋਸੈਸ ਸਾਰਾ ਆਪਣਾ ਮਾਈਂਡ ਵਿੱਚ ਰਹਿੰਦਾ ਹੈਗਾ। ਇਸ ਕਰਕੇ ਸਿੱਖਿਆ ਨੂੰ ਇਹਨਾਂ ਨੇ ਵਿਗਿਆਨ ਦੇ ਨਾਲ ਜੋੜਿਆ ਹੋਇਆ ਹੈ ਕਿ ਜਿਹੜਾ ਬੱਚਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਖੁਦ ਕਰਕੇ ਸਿੱਖੇ। ਫਿਰ ਕੀ ਹੈ, ਸਿੱਖਿਆ ਨੂੰ ਇਹਨਾਂ ਨੇ ਕਲਾ ਦੀ ਤਰ੍ਹਾਂ ਵੀ ਜੋੜਿਆ ਹੋਇਆ ਹੈਗਾ। ਇਹ ਇੱਕ ਕਲਾਕਾਰ ਵਾਂਗ ਹੁੰਦੀ ਹੈ। ਜਿਹੜਾ ਬੱਚਾ ਹੁੰਦਾ ਉਸ ਨੂੰ ਆਪਾਂ ਇੱਕ ਕੱਚੀ ਸਮੱਗਰੀ ਸਮਝਣਾ ਤੇ ਜਿਹੜਾ ਅਧਿਆਪਕ ਹੈ ਉਸ ਦੇ ਉੱਪਰ ਇਸ ਤਰੀਕੇ ਦਾ ਕੰਮ ਕਰੇ, ਉਸ ਨੂੰ ਇੱਕ ਚੰਗਾ, ਸ਼ੁੱਧ ਤੇ ਪਵਿੱਤਰ ਵਿਅਕਤੀ ਬਣਾਵੇ। ਠੀਕ ਹੈ, ਹੁਣ ਜਿਵੇਂ ਕਿ ਆਪਾਂ ਐਗਜ਼ਾਮਪਲ ਲੈ ਲਈਏ ਕਿ ਜਿਵੇਂ ਕੱਚੀ ਮਿੱਟੀ ਹੁੰਦੀ ਹੈ, ਆਪਾਂ ਉਸ ਦੀ ਕੋਈ ਨਾ ਕੋਈ ਸ਼ੇਪ ਬਣਾਤੀ, ਕੋਈ ਮੂਰਤੀ ਬਣਾਤੀ, ਆਪਾਂ ਉਹਦੇ ਵਿੱਚ ਸੋਹਣੇ ਸੋਹਣੇ ਕਲਰ ਫਿਲ ਕਰਤੇ ਤਾਂ ਉਹ ਇੱਕ ਵਧੀਆ ਮੂਰਤੀ ਬਣ ਗਈ, ਮਿੱਟੀ ਤੋਂ ਮੂਰਤੀ ਬਣ ਗਈ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਟੀਚਰ ਹੈ ਉਹ ਬੱਚੇ ਨੂੰ ਵੀ ਕੀ ਕੱਚੀ ਸਮੱਗਰੀ ਸਮਝੇ ਤੇ ਉਹਦੇ ਵਿੱਚ ਅੱਛੇ ਰੰਗ ਭਰੇ, ਅਲੱਗ-ਅਲੱਗ ਤਰ੍ਹਾਂ ਦੇ ਰੰਗ ਭਰੇ ਤਾਂ ਕਿ ਉਸ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਉਹ ਨਿਖਰ ਕੇ ਆਵੇ। ਆਈ ਹੋਪ ਤੁਹਾਨੂੰ ਇਹ ਸਮਝ ਆ ਗਏ ਹੋਣਗੇ ਆਪਣਾ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ। ਇਸ ਤੋਂ ਬਾਅਦ ਹੈ ਆਪਣੇ ਕੋਲੇ ਨੈਕਸਟ ਟੌਪਿਕ ਮਾਨਵ ਸਮਾਜ ਵਿੱਚ ਸਿੱਖਿਆ ਦੀ ਲੋੜ। ਮਾਨਵ ਸਮਾਜ ਵਿੱਚ ਸਿੱਖਿਆ ਦੀ ਲੋੜ। ਹੁਣ ਆਪਾਂ ਜਿਹੜਾ ਆਪਣਾ ਸੁਸਾਇਟੀ ਹੈ, ਹੁਣ ਇਹਦੇ ਵਿੱਚ ਸਿੱਖਿਆ ਦੀ ਕੀ ਲੋੜ ਹੈ, ਆਪਾਂ ਉਹਦੀ ਲੋੜਾਂ ਦੇ ਬਾਰੇ ਪੜ੍ਹਦੇ ਹਾਂ। ਦੇਖੋ ਫਸਟ ਆਫ ਆਲ ਤਾਂ ਤੁਸੀਂ ਸਿੰਪਲ ਲਾਈਨ ਲਿਖ ਦੇਣੀ ਹੈ ਵੀ ਜਿਹੜੀ ਮਾਨਵ ਸਮਾਜ ਦੇ ਵਿੱਚ ਸਿੱਖਿਆ ਦੀ ਬਹੁਤ ਲੋੜ ਹੈ। ਇਹ ਤੋਂ ਬਿਨਾਂ ਜਿਹੜਾ ਮਨੁੱਖ ਹੈਗਾ ਆਪਾਂ ਉਹਦੇ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ਗੇ। ਹੋਰ ਤੁਸੀਂ ਲਿਖ ਸਕਦੇ ਹੋ ਕਿ ਜਿਹੜਾ ਵਿਅਕਤੀ ਹੈ
ਉਹ ਸਮਾਜ ਵਿੱਚ ਉਦੋਂ ਹੀ ਰਹਿਣ ਯੋਗ ਹੁੰਦਾ ਜਦੋਂ ਉਹਦੇ ਵਿੱਚ ਕੋਈ ਸਿੱਖਿਆ, ਉਹਦੇ ਵਿੱਚ ਕੋਈ ਗੁਣ ਹੁੰਦੇ ਆ। ਮਤਲਬ ਸਿੱਖਿਆ ਗੁਣ ਪੈਦਾ ਕਰਦੀ ਹੈ ਵਿਅਕਤੀ ਦੇ ਵਿੱਚ, ਉਹਦਾ ਸਰਵਪੱਖੀ ਵਿਕਾਸ ਕਰਦੀ ਹੈ। ਤਾਂ ਇਹ ਸਾਰੀਆਂ ਆਪਾਂ ਦੇਖੋ ਪੁਆਇੰਟਸ ਪੜ੍ਹ ਚੁੱਕੀ ਹਾਂ, ਤਾਂ ਤੁਸੀਂ ਇਹਨਾਂ ਵਿੱਚ ਲਿਖ ਸਕਦੇ ਹੋ, ਕੋਈ ਐਡੀ ਗੱਲ ਨਹੀਂ ਹੈਗੀ। ਤਾਂ ਹੁਣ ਜਿਹੜਾ ਸਿੱਖਿਆ ਦੇ ਉਦੇਸ਼ ਹੈ ਉਹਦੇ ਕੁਝ ਦ੍ਰਿਸ਼ਟੀਕੋਣ ਹੈ। ਮਤਲਬ ਸਿੱਖਿਆ ਨੂੰ ਅਗਰ ਆਪਾਂ ਦਾਰਸ਼ਨਿਕ ਵੇ ਤੋਂ ਦੇਖੀਏ ਤਾਂ ਉਹ ਕੀ ਹੁੰਦੀ ਹੈ? ਸਿੱਖਿਆ ਮਾਨਵ ਨੂੰ ਜੀਵਨ ਦੇ ਉਦੇਸ਼ਾਂ ਨੂੰ ਸਮਝਣ ਤੇ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ। ਮਤਲਬ ਕੀ ਹੋਇਆ? ਉਹ ਜਿਹੜੀ ਸਿੱਖਿਆ ਹੈ ਉਹ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਉਹਦੇ ਕਿਹੜੇ ਉਦੇਸ਼ ਹੈ, ਉਹਨੇ ਕੀ ਕਰਨਾ ਹੈ, ਉਹ ਸਾਰਾ ਕੁਝ ਉਹਦੇ ਉਦੇਸ਼ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ ਵੀ ਹਾਂਜੀ ਤੁਸੀਂ ਆਹ ਕੰਮ ਕਰਨਾ ਹੈ ਪੂਰੀ ਲਾਈਫ ਦੇ ਵਿੱਚ। ਸਮਾਜਿਕ ਦ੍ਰਿਸ਼ਟੀਕੋਣ ਮਤਲਬ ਸਮਾਜ ਦੇ ਵਿੱਚ ਰਹਿਣਾ, ਉਹਨੂੰ ਅਨੁਸ਼ਾਸਿਤ ਬਣਾਉਣਾ, ਉਹ ਸਾਰਾ ਕੰਮ ਸਿੱਖਿਆ ਦਾ ਹੁੰਦਾ ਹੈ। ਆਰਥਿਕ ਦ੍ਰਿਸ਼ਟੀਕੋਣ, ਹੁਣ ਆਰਥਿਕ ਪੱਖੋਂ ਦਾ ਅਰਥ ਹੋਇਆ ਜਿਹੜਾ ਵਿਅਕਤੀ ਹੈ ਉਸ ਨੂੰ ਆਰਥਿਕ ਪ੍ਰਗਤੀ ਬਾਰੇ ਪਤਾ ਲੱਗ ਜਾਂਦਾ ਹੈ। ਆਰਥਿਕ ਪੱਖ ਦੇ ਸ਼ਕਤੀਸ਼ਾਲੀ ਹੋਣ ਨਾਲ ਮਾਨਵ ਹਰ ਪ੍ਰਕਾਰ ਦੇ ਤਣਾਅ ਤੋਂ ਮੁਕਤ ਹੋ ਜਾਂਦਾ ਹੈ। ਉਸ ਦੇ ਵਿੱਚ ਜਿਹੜੀਆਂ ਵੀ ਉਹਦੀਆਂ ਜਮਾਂਦਰੂ ਸ਼ਕਤੀਆਂ ਹੁੰਦੀਆਂ ਉਹਨਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਉਹ ਸੁਤੰਤਰ ਹੋ ਜਾਂਦਾ ਹੈ। ਜਦੋਂ ਆਰਥਿਕ ਪੱਖ ਤੋਂ ਉਹਨੂੰ ਸਾਰੇ ਕਾਸੇ ਦੀ ਨੌਲੇਜ ਮਿਲ ਜਾਂਦੀ ਹੈ ਨਾ, ਤਾਂ ਉਹਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਰਹਿੰਦੀ ਹੈਗੀ ਗੀ। ਮਤਲਬ ਉਹ ਇੱਕ ਵਧੀਆ ਯੋਗ ਵਿਅਕਤੀ ਬਣ ਜਾਂਦਾ ਹੈ। ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਿੱਖਿਆ ਇੰਨੀ ਕੁ ਜ਼ਰੂਰੀ ਹੈ ਵੀ ਜਿਹੜਾ ਮਾਨਵ ਹੈ ਉਸ ਨੂੰ ਦੇਸ਼ ਭਗਤ ਬਾਰੇ ਦੇਸ਼ ਭਗਤੀ ਸਿਖਾਉਂਦੀ ਹੈ, ਇੱਕ ਅੱਛਾ ਵਿਅਕਤੀ ਬਣਾਉਂਦੀ ਹੈ। ਹੁਣ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਕਾਫੀ ਸਾਰੇ ਪੁਆਇੰਟਸ ਦਿੱਤੇ ਹੋਏ ਹੈਗੇ ਸਿੱਖਿਆ ਦੀ ਲੋੜਾਂ ਦੇ ਪੁਆਇੰਟਸ, ਆਪਣੇ ਕੋਲ 12 ਪੁਆਇੰਟਸ ਨੇ। ਇਹ ਆਪਣੇ ਕੋਲ ਜਿਹੜੇ 4 ਪੁਆਇੰਟ ਸੀਗੇ ਨਾ ਉਹ ਅਲੱਗ-ਅਲੱਗ ਟਾਈਪ ਦੇ ਦ੍ਰਿਸ਼ਟੀਕੋਣ ਤੋਂ ਲੱਤੇ ਗਏ ਸੀਗੇ। ਹੁਣ ਜਿਹੜੀ ਆਪਾਂ ਇਹ ਵਾਲੇ ਪੁਆਇੰਟਸ ਪੜ੍ਹਾਂਗੇ ਇਹ ਇੱਕ ਸਿੰਪਲ ਮਾਨਵ ਸਮਾਜ ਵਿੱਚ ਮਤਲਬ ਸਿੱਖਿਆ ਦੀ ਲੋੜ ਕੀ ਹੈ ਉਹਦੇ ਬਾਰੇ ਹੈ। 4 ਪੁਆਇੰਟਸ ਤੁਸੀਂ ਆਹ ਲਰਨ ਕਰ ਸਕਦੇ ਹੋਗੇ, ਕੋਈ ਐਡੀ ਗੱਲ ਨਹੀਂ ਹੈਗੀ। ਵੈਸੇ ਮੇਨ ਆਪਣੇ ਪੁਆਇੰਟਸ ਇੱਥੋਂ ਹੀ ਸਟਾਰਟ ਹੁੰਦੇ ਨੇ। ਤਾਂ ਫਸਟ ਪੁਆਇੰਟ ਹੈ ਆਪਣੇ ਕੋਲ ਜਮਾਂਦਰੂ ਸ਼ਕਤੀਆਂ ਦਾ ਪ੍ਰਗਤੀਸ਼ੀਲ ਵਿਕਾਸ। ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਸਾਰੇ ਬੱਚਿਆਂ ਵਿੱਚ ਪ੍ਰੇਮ, ਜਗਿਆਸਾ, ਕਲਪਨਾ, ਤਰਕ ਤੇ ਸਵੈਮਾਨ ਆਦਿ ਜਮਾਂਦਰੂ ਸ਼ਕਤੀਆਂ ਹੁੰਦੀਆਂ ਨੇ। ਇਹ ਸਾਰੀਆਂ ਜਮਾਂਦਰੂ ਸ਼ਕਤੀਆਂ ਦੀ ਗੱਲ ਕੀਤੀ ਗਈ ਹੈ ਕਿ ਇੱਕ ਬੱਚੇ ਦੇ ਵਿੱਚ ਆਹ ਸਾਰੀਆਂ ਜਮਾਂਦਰੂ ਸ਼ਕਤੀਆਂ ਹੁੰਦੀਆਂ ਨੇ। ਠੀਕ ਹੈ ਜੀ। ਫਿਰ ਇਹ ਸਾਰੀਆਂ ਜਿਹੜੀਆਂ ਜਮਾਂਦਰੂ ਸ਼ਕਤੀਆਂ ਹੁੰਦੀਆਂ ਇਹਨਾਂ ਨੂੰ ਵਿਕਸਿਤ ਹੋਣਾ ਵੀ ਤਾਂ ਬਹੁਤ ਜ਼ਰੂਰੀ ਹੁੰਦਾ ਹੈ। ਆਪਣੇ ਅੰਦਰ ਪ੍ਰੇਮ ਹੈ, ਜਗਿਆਸਾ ਹੈ, ਕਲਪਨਾ ਹੈ। ਫਿਰ ਜੇ ਆਪਾਂ ਉਹਨਾਂ ਨੂੰ ਵਿਕਾਸ ਹੀ ਨਹੀਂ ਕਰਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਤਾਂ ਵਿਕਾਸ ਕਦੋਂ ਹੋਊਗਾ? ਜਦੋਂ ਮਾਨਵ ਨੂੰ ਸਿੱਖਿਆ ਦਿੱਤੀ ਜਾਊਗੀ। ਇਸ ਤੋਂ ਬਾਅਦ ਕੀ ਹੈ? ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਨਾ। ਸਿੱਖਿਆ ਮਾਨਵ ਦਾ ਸਰੀਰਕ, ਮਾਨਸਿਕ, ਸਮਾਜਿਕ ਇਹ ਸਾਰਾ ਕੀ ਹੈ? ਵਿਕਾਸ ਕਰਦੀ ਹੈ, ਜਿਸ ਦੇ ਨਾਲ ਕਿ ਉਹਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਹੋ ਜਾਂਦਾ ਹੈ। ਚਰਿੱਤਰ ਦਾ ਵਿਕਾਸ, ਜਿਹੜੀ ਸਿੱਖਿਆ ਹੁੰਦੀ ਹੈ ਬੱਚੇ ਦਾ ਚਰਿੱਤਰ ਦਾ ਵਿਕਾਸ ਵੀ ਕਰਦੀ ਹੈ। ਜਿਹੜੀ ਸਿੱਖਿਆ ਹੁੰਦੀ ਹੈ ਉਹ ਇੱਕ ਮਨੁੱਖ ਨੂੰ ਝੂਠ, ਫਰੇਬ, ਘਿਰਣਾ, ਧੋਖੇਬਾਜ਼ੀ ਆਹ ਸਾਰੀਆਂ ਬੁਰਾਈਆਂ ਤੋਂ ਬਚਾ ਕੇ ਰੱਖਦੀ ਹੈ ਅਤੇ ਉਸ ਨੂੰ ਇੱਕ ਸੱਚਾਈ ਵੱਲ ਲੈ ਕੇ ਜਾਂਦੀ ਹੈ। ਠੀਕ ਹੈ ਜੀ। ਬਹੁਤ ਸਾਰੇ ਪੁਆਇੰਟਸ ਵੈਸੇ ਲਿਖੇ ਹੋਏ ਆ, ਤੁਸੀਂ ਸਿੰਪਲ 2-2, 3-3 ਪੁਆਇੰਟਸ ਵੀ ਪੜ੍ਹ ਲਓਗੇ ਨਾ ਤਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਮਤਲਬ ਬਹੁਤ ਹੋ ਜਾਊਗਾ। ਠੀਕ ਹੈ। ਅਨੁਭਵਾਂ ਦਾ ਪੁਨਰ ਗਠਨ ਤੇ ਪੁਨਰ ਰਚਨਾ। ਮਾਨਵ ਜੀਵਨ ਵਿੱਚ ਅਨੁਭਵਾਂ ਦੀ ਪ੍ਰਾਪਤੀ, ਉਹਨਾਂ ਦਾ ਪੂਰਨ ਸੰਗਠਨ ਅਤੇ ਪੂਰਨ ਰਚਨਾ ਦੀ ਕਿਰਿਆ ਹਮੇਸ਼ਾ ਚੱਲਦੀ ਰਹਿੰਦੀ ਹੈ। ਇਸ ਲਈ ਇਹ ਕਾਰਜ ਸਿੱਖਿਆ ਕਰਦੀ ਹੈ। ਮਾਨਵ ਇਹਨਾਂ ਅਨੁਭਵਾਂ ਦੀ ਸਿੱਖਿਆ ਦਾ ਮਾਧਿਅਮ ਦੁਆਰਾ ਸੰਗਠਿਤ ਕਰਦਾ ਹੈ ਅਤੇ ਆਪਣੀ ਭਾਵੀ ਉੱਨਤੀ ਲਈ ਇਹਨਾਂ ਦੀ ਵਰਤੋਂ ਕਰਦਾ ਹੈ। ਜਿਹੜੇ ਮਨੁੱਖ ਦੇ ਅਨੁਭਵ ਹੁੰਦੇ ਆ ਉਹਨਾਂ ਦਾ ਪੁਨਰ ਗਠਨ ਹੁੰਦਾ ਹੈ। ਪੁਨਰ ਗਠਨ ਮਤਲਬ ਉਹਦੀ ਦੁਬਾਰਾ ਫਿਰ ਤੋਂ ਕਿਰਿਆ ਚੱਲਦੀ ਰਹਿੰਦੀ ਹੈ, ਪੂਰਨ ਰਚਨਾ ਹੁੰਦੀ ਰਹਿੰਦੀ ਹੈ। ਜੋ ਵੀ ਕੋਈ ਚੀਜ਼ ਸਿੱਖ ਲਈ, ਕੋਈ ਕੰਮ ਕਰ ਲਿਆ, ਉਹਦਾ ਜਿਹੜਾ ਪ੍ਰੋਸੈਸ ਹੈ ਉਹ ਬਾਰ-ਬਾਰ ਚੱਲਦਾ ਰਹਿੰਦਾ ਹੈਗਾ। ਜਦੋਂ ਇੱਕ ਸਿੱਖਿਆ ਬੱਚੇ ਨੂੰ ਦਿੱਤੀ ਜਾਂਦੀ ਹੈ ਵਿਅਕਤੀ ਦੇ ਵਿੱਚ ਕੀ ਹੈ? ਉਹ ਨਾਗਰਿਕ ਦਾ, ਇੱਕ ਅੱਛੇ ਨਾਗਰਿਕ ਦਾ ਨਿਰਮਾਣ ਹੁੰਦਾ ਹੈ। ਸਿੱਖਿਆ ਦੇ ਜਿਹੜਾ ਸਿੱਖਿਅਕ ਵਿਅਕਤੀ ਹੋਊਗਾ ਉਹਦੇ ਅੰਦਰ ਸੱਚਾਈ, ਸੁਤੰਤਰਤਾ, ਇਹ ਸਾਰੇ ਦੇਸ਼ ਭਗਤੀ, ਇਹ ਸਾਰੇ ਗੁਣ ਉਹਦੇ ਵਿੱਚ ਆਮ ਦਿਖਾਈ ਦੇਣਗੇ। ਵਾਤਾਵਰਨ ਨਾਲ ਸਮਾਯੋਜਨ, ਜਿਹੜਾ ਮਾਨਵ ਹੈ ਉਹ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਬਣਾ ਲੈਂਦਾ ਹੈ, ਉਹੀ ਜੀਵਤ ਰਹਿ ਸਕਦਾ ਹੈ। ਸਿੱਖਿਆ ਮਾਨਵ ਨੂੰ ਵਾਤਾਵਰਨ ਨਾਲ ਅਨੁਕੂਲ ਕਰਨਾ ਸਿਖਾਉਂਦੀ ਹੈ। ਵਾਤਾਵਰਨ ਦਾ ਅਨੁਕੂਲ ਮਤਲਬ ਜਿਹੜੀ ਸਿੱਖਿਆ ਹੈ, ਅਗਰ ਤੁਹਾਨੂੰ ਸਿੱਖਿਆ ਹੈ ਤੁਸੀਂ ਵਾਤਾਵਰਨ ਦੀ ਵੈਲਿਊ ਸਮਝ ਸਕਦੇ ਹੋ, ਤੁਸੀਂ ਉਹਦੀ ਵੈਲਿਊ ਕਰ ਸਕਦੇ ਹੋ। ਜੇ ਤੁਹਾਨੂੰ ਸਿੱਖਿਆ ਹੀ ਨਹੀਂ ਹੈਗੀ, ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਹੀ ਨਹੀਂ, ਤਾਂ ਤੁਸੀਂ ਵਾਤਾਵਰਨ ਨੂੰ ਵੀ ਖਰਾਬ, ਪੋਲਿਊਟਡ ਕਰ ਦੋਗੇ। ਲੋੜਾਂ ਦੀ ਪੂਰਤੀ,
ਹਰੇਕ ਮਾਨਵ ਦੀਆਂ ਵਿਅਕਤੀਗਤ, ਸਮਾਜਿਕ, ਮਨੋਵਿਗਿਆਨਿਕ ਅਤੇ ਵਿਹਲੇ ਸਮੇਂ ਸੰਬੰਧੀ ਕਈ ਲੋੜਾਂ ਹੁੰਦੀਆਂ ਹਨ। ਇਹਨਾਂ ਲੋੜਾਂ ਦੀ ਪੂਰਤੀ ਸਿਰਫ ਸਿੱਖਿਆ ਦੇ ਮਾਧਿਅਮ ਦੁਆਰਾ ਹੀ ਹੁੰਦੀ ਹੈ। ਜਿਹੜਾ ਵਿਅਕਤੀ ਫ੍ਰੀ ਹੁੰਦਾ ਹੈ, ਜੇ ਉਹ ਕੁਛ ਨਾ ਕੁਛ ਪੜ੍ਹਦਾ ਰਹੇ ਤੇ ਉਹਦੇ ਅੰਦਰ ਕੀ ਹੈ, ਗੁਣਾਂ ਦਾ ਨਿਰਮਾਣ ਹੀ ਹੋਊਗਾ। ਠੀਕ ਹੈ, ਤਾਂ ਸਿੱਖਿਆ ਦਾ ਮਾਧਿਅਮ ਵੀ ਉਹਦੇ ਅੰਦਰ ਵਧੀਆ ਚੱਲ ਪਊਗਾ। ਵਿਵਸਾਇਕ ਕੁਸ਼ਲਤਾ ਦੀ ਪੂਰਤੀ। ਸਿੱਖਿਆ ਮਾਨਵ ਨੂੰ ਵਿਵਸਾਇਕ ਕੁਸ਼ਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਸਿੱਖਿਆ ਮਾਨਵ ਨੂੰ ਵਿਭਿੰਨ ਕਿੱਤਿਆਂ ਦਾ ਗਿਆਨ ਸਿਖਾਉਂਦੀ ਹੈ। ਵਿਵਸਾਇਕ ਕੁਸ਼ਲਤਾ ਮਤਲਬ ਅਗਰ ਤੁਹਾਡੇ ਅੰਦਰ ਨੌਲੇਜ ਹੈ ਤਾਂ ਤੁਸੀਂ ਆਪਦੇ ਰਿਲੇਟਡ ਕੋਈ ਵੀ ਕੰਮ ਨੂੰ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਹੈਗਾ ਗਾ ਵੀ ਤੁਸੀਂ ਇੱਕ ਹੀ ਕੰਮ ਪਿੱਛੇ ਜਾਣਾ। ਜੇ ਤੁਸੀਂ ਉਸ ਕੰਮ ਵੱਲ ਸਕਸੈਸ ਨਹੀਂ ਹੋ ਰਹੇ ਤਾਂ ਤੁਹਾਡੇ ਅੰਦਰ ਐਜੂਕੇਸ਼ਨ ਹੈ, ਤੁਹਾਡੇ ਅੰਦਰ ਕੈਪੇਬਿਲਿਟੀ ਹੈ, ਤੁਸੀਂ ਕਿਸੇ ਹੋਰ ਕੰਮ ਵੱਲ ਵੀ ਜਾ ਸਕਦੇ ਹੋ। ਵਾਤਾਵਰਣ ਦਾ ਰੂਪ ਪਰਿਵਰਤਨ। ਸਿੱਖਿਆ ਮਾਨਵ ਵਿੱਚ ਚੰਗੀਆਂ ਆਦਤਾਂ ਦੀ ਸਿਰਜਣਾ ਕਰਦੀ ਹੈ। ਅਗੇਨ ਉਹੀ ਸੇਮ ਪੁਆਇੰਟ ਆਪਾਂ ਕਰ ਚੁੱਕੇ ਹਾਂ ਵੀ ਜਿਹੜੇ ਸਿੱਖਿਆ ਹੈਗੀ ਆ ਮਾਨਵ ਦੇ ਅੰਦਰ ਚੰਗੀਆਂ ਆਦਤਾਂ ਬਣਾਉਂਦੀ ਹੈ, ਇੱਕ ਚੰਗਾ ਨਾਗਰਿਕ ਬਣਾਉਂਦੀ ਹੈ, ਉਹਦਾ ਜਿਹੜਾ ਚਰਿੱਤਰ ਹੈ ਉਹਦਾ ਵਿਕਾਸ ਕਰਦੀ ਹੈ। ਦੇਖੋ ਬਾਰ-ਬਾਰ ਉਹੀ ਸਾਰੇ ਪੁਆਇੰਟਸ ਆ ਰਹੇ ਹੈ। ਅਗਰ ਤੁਸੀਂ ਥੋੜ੍ਹੇ ਜਿਹੇ ਪੁਆਇੰਟਸ ਦਾ ਵੀ ਕੀ ਕਰੋਗੇ, ਟੈਗ ਵਰਡ ਬਣਾ ਲਓਗੇ ਨਾ ਕਿ ਅਸੀਂ ਆਹ ਕੁਛ ਲਿਖਣਾ ਹੈ, ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਤੁਹਾਡੇ ਲਈ। ਇਹਨਾਂ ਆਦਤਾਂ ਦੀ ਮਦਦ ਨਾਲ ਮਾਨਵ ਵਾਤਾਵਰਣ ਵਿੱਚ ਲੋੜ ਅਨੁਸਾਰ ਪਰਿਵਰਤਨ ਵੀ ਕਰ ਸਕਦਾ ਹੈ। ਹੁਣ ਇਸ ਦਾ ਅਰਥ ਕੀ ਹੋਇਆ, ਅਗਰ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਹਾਂਜੀ ਸਾਡਾ ਜਿਹੜਾ ਵਾਤਾਵਰਨ ਹੈ ਉਹ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ, ਆਪਾਂ ਕਿਸ ਵੱਲ ਫੋਕਸ ਕਰਦੇ ਹਾਂ, ਫਿਰ ਜ਼ਿਆਦਾ ਰੁੱਖ ਲਗਾਉਣ ਵਾਸਤੇ, ਹੈ ਨਾ। ਕਿਉਂ ਜ਼ਿਆਦਾ ਰੁੱਖ ਲਗਾਉਂਦੇ ਹਾਂ, ਤਾਂ ਕਿ ਜਿਹੜੇ ਰੁੱਖ ਹੈ ਜ਼ਿਆਦਾ ਆਕਸੀਜਨ ਦਿੰਦੇ ਆ, ਉਹਦੇ ਨਾਲ ਵਾਤਾਵਰਨ ਥੋੜ੍ਹਾ ਜਿਹਾ ਸਾਫ਼ ਹੋ ਜਾਊਗਾ, ਪੋਲਿਊਸ਼ਨ ਘੱਟ ਜਾਊਗਾ। ਜੇ ਆਪਾਂ ਨੂੰ ਸਿੱਖਿਆ ਹੀ ਨਹੀਂ ਹੋਊ, ਕੋਈ ਨੌਲੇਜ ਹੀ ਨਹੀਂ ਹੋਊਗੀ ਤਾਂ ਆਪਾਂ ਨੂੰ ਪਤਾ ਹੀ ਲੱਗੂਗਾ ਕਿ ਆਪਣਾ ਵਾਤਾਵਰਨ ਖਰਾਬ ਹੋ ਕਿਉਂ ਰਿਹਾ ਹੈ ਅਤੇ ਆਪਾਂ ਇਸ ਨੂੰ ਹੁਣ ਸਾਫ਼ ਜਾਂ ਠੀਕ ਕਿਵੇਂ ਕਰੀਏ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਐਜੂਕੇਸ਼ਨ। ਭਾਵੀ ਜੀਵਨ ਦੀ ਤਿਆਰੀ। ਜੀਵਨ ਇੱਕ ਸੰਘਰਸ਼ ਹੈ, ਓਬਵੀਅਸਲੀ ਹੈ। ਹੁਣ ਜੀਵਨ ਦੇ ਵਿੱਚ ਆਪਾਂ ਨੇ ਕੋਲੇ ਰੋਜ਼ ਨਵੇਂ ਕੰਮ ਆਉਂਦੇ ਆ, ਕੋਈ ਨਾ ਕੋਈ ਨਵਾਂ ਕੰਮ ਕਰਦੇ ਰਹਿੰਦੇ ਹਾਂ। ਜੇ ਆਪਣੇ ਅੰਦਰ ਸਿੱਖਿਆ ਹੋਊਗੀ ਨਾ ਤਾਂ ਆਪਾਂ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਹਰ ਇੱਕ ਸਮੱਸਿਆਵਾਂ ਦਾ ਸਮਾਧਾਨ ਕਰ ਲਾਂਗੇ, ਉਹਦੇ ਨਾਲ ਆਪਾਂ ਸੰਘਰਸ਼ ਕਰ ਲਾਂਗੇ ਅਤੇ ਆਪਾਂ ਉਹਨਾਂ ਸਾਰੀਆਂ ਪ੍ਰੋਬਲਮਸ ਦੇ ਵਿੱਚੋਂ ਨਿਕਲ ਜਾਵਾਂਗੇ, ਇੱਕ ਨਾ ਇੱਕ ਦਿਨ ਨਿਕਲ ਜਾਵਾਂਗੇ। ਮਾਨਵ ਦਾ ਸਵੈ ਬਣਨਾ। ਆਰੰਭਿਕ ਵਿਵਸਥਾ ਵਿੱਚ ਮਾਨਵ ਬੱਚਾ ਹੋਰ ਜਾਨਵਰਾਂ ਦੀ ਤਰ੍ਹਾਂ ਬਿਲਕੁਲ ਅਸਭੈ ਹੁੰਦਾ ਹੈ। ਉਸਦੀ ਸੱਭਿਆ ਨੂੰ ਸਿਰਫ ਸਿੱਖਿਆ ਦੁਆਰਾ ਹੀ ਦੂਰ ਕੀਤਾ ਜਾ ਸਕਦਾ ਹੈ। ਸਿੱਖਿਆ ਦੇ ਮਾਧਿਅਮ ਦੁਆਰਾ ਉਹ ਲਿਖਣਾ ਪੜ੍ਹਨਾ ਸਿੱਖਦਾ ਹੈ, ਜਿਸ ਨਾਲ ਉਸ ਨੂੰ ਕਈ ਵਿਸ਼ਿਆਂ ਦਾ ਗਿਆਨ ਹੁੰਦਾ ਹੈ। ਗਿਆਨ ਨਾਲ ਉਸਦੀਆਂ ਰੁਚੀਆਂ ਵਿੱਚ ਸੁਧਾਰ ਹੁੰਦਾ ਹੈ। ਰੁਚੀਆਂ ਦੇ ਸੁਧਰਨ ਨਾਲ ਉਸਦੇ ਆਚਰਣ ਵਿੱਚ ਵੀ ਸੁਧਾਰ ਆ ਜਾਂਦਾ ਹੈ, ਉਹ ਸਭੈ ਬਣ ਜਾਂਦਾ ਹੈ। ਦੇਖੋ ਇੱਥੇ ਵਰਡ ਹੈ ਸਭੈ ਬਣਨਾ, ਤੁਸੀਂ ਇਹਦੇ ਵਿੱਚ ਸਿੰਪਲ ਲਿਖ ਸਕਦੇ ਹੋ ਮਾਨਵ ਦਾ ਸੁਭਾਅ। ਠੀਕ ਹੈ, ਹੁਣ ਮਾਨਵ ਦਾ ਸੁਭਾਅ ਕੀ ਹੈ, ਜਿਹੜਾ ਇੱਕ ਵਿਅਕਤੀ ਹੈ ਜਦੋਂ ਉਹਨੂੰ ਸਿੱਖਿਆ ਦੇ ਮਾਧਿਅਮ ਬਾਰੇ ਪਤਾ ਲੱਗ ਜਾਂਦਾ ਹੈ, ਉਹ ਪੜ੍ਹਨਾ ਲਿਖਣਾ ਸਿੱਖ ਜਾਂਦਾ ਹੈ, ਉਹਨੂੰ ਕਾਫੀ ਸਾਰੇ ਵਿਸ਼ਿਆਂ ਦਾ ਗਿਆਨ ਆ ਜਾਂਦਾ ਹੈ। ਜਦੋਂ ਗਿਆਨ ਆ ਜਾਂਦਾ ਹੈ ਮਤਲਬ ਉਹਦੀਆਂ ਰੁਚੀਆਂ ਵੀ ਵੱਧ ਜਾਂਦੀਆਂ, ਤਾਂ ਉਹ ਜਦੋਂ ਜ਼ਿਆਦਾ ਪੜ੍ਹਾਈ ਵਗੈਰਾ ਕਰਦਾ ਰਹਿੰਦਾ ਤਾਂ ਉਹਦੇ ਸੁਭਾਅ ਦੇ ਵਿੱਚ ਵੀ ਚੇਂਜਸ ਆ ਜਾਂਦੀਆਂ, ਵਧੀਆ ਵਿਅਕਤੀ ਬਣ ਜਾਂਦਾ ਹੈਗਾ, ਸੰਸਕ੍ਰਿਤਿਕ ਬਣ ਜਾਂਦਾ ਹੈਗਾ। ਭੌਤਿਕ ਸੰਪੰਨਤਾ ਦੀ ਪ੍ਰਾਪਤੀ। ਸਿੱਖਿਆ ਦੁਆਰਾ ਮਾਨਵ ਆਤਮ ਨਿਰਭਰ ਹੋ ਜਾਂਦਾ ਹੈ। ਭੌਤਿਕ ਸੰਪੰਨਤਾ ਦੀ ਪ੍ਰਾਪਤੀ ਲਿਖ ਸਕਦੇ ਹੋ, ਆਤਮ ਨਿਰਭਰਤਾ ਲਿਖ ਸਕਦੇ ਹੋ, ਸਿੰਪਲ ਪੁਆਇੰਟ ਹੈਗੇ।